ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ। ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਅੱਜ ਫਿਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਸਾਡੇ ਨਾਲ ਗੱਲਬਾਤ ਲਈ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਜਦੋਂ ਦੀ ਮੋਦੀ ਸਰਕਾਰ ਆਈ ਆ, ਜ਼ਿਆਦਾਤਰ ਇਸ ਸਰਕਾਰ ਦੇ ਵਿੱਚ ਹੋਰ ਕੁਝ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਨਾਮ ਬਹੁਤ ਚੇਂਜ ਹੋਏ ਨੇ। ਕਈ ਵਾਰ ਜਿਵੇਂ ਉਹਨਾਂ ਨੇ ਸ਼ਹਿਰਾਂ ਦੇ ਨਾਮ ਚੇਂਜ ਕੀਤੇ ਨੇ ਤੇ ਕਸਬਿਆਂ ਦੇ ਨਾਮ ਚੇਂਜ ਕੀਤੇ ਨੇ। ਜਿੱਥੇ ਜਿੱਥੇ ਮੁਗਲਾਂ ਦਾ ਕੋਈ ਨਾਮ ਦੇ ਉੱਤੇ ਕੋਈ ਸ਼ਹਿਰ ਸੀ, ਉਹਨਾਂ ਦੇ ਨਾਮ ਚੇਂਜ ਕੀਤੇ ਨੇ। ਪਰ ਹੁਣ ਜਦੋਂ ਦਾ ਇੱਕ ਜਿਹੜਾ ਪਲੇਟਫਾਰਮ ਬਣਿਆ, ਇੰਡੀਆ ਨਾਮ ਦਾ ਪਲੇਟਫਾਰਮ ਬਣਿਆ, ਉਸ ਤੋਂ ਬਾਅਦ ਮੋਦੀ ਗਵਰਨਮੈਂਟ ਨੇ ਤੇ ਉਹਦੇ ਨਾਲ ਦੇ ਹੋਰ ਜਿਹੜੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਸਾਡੇ ਦੇਸ਼ ਦੀ ਬੇਇੱਜ਼ਤੀ ਆ, ਤੇ ਉਹਨਾਂ ਨੇ ਹੋਰ ਵੀ ਕਈ ਜਥੇਬੰਦੀਆਂ ਦੇ ਨਾਲ ਕੰਪੇਅਰ ਕੀਤਾ ਸੀ। ਤੇ ਪਰ ਹੁਣ ਜਿਹੜਾ ਆਪਾਂ 2-4 ਦਿਨਾਂ ਤੋਂ ਦੇਖ ਰਹੇ ਹਾਂ ਕਿ ਇੱਕ G20 ਵਾਲਾ ਜਿਹੜਾ ਇੱਕ ਸੰਮੇਲਨ ਆ ਰਿਹਾ, ਉਸ ਦੇ ਵਿੱਚ ਇਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਨੂੰ ਇੱਕ ਸੱਦਾ ਦਿੱਤਾ ਤੇ ਉਹਦੇ ਵਿੱਚ ਇੰਡੀਆ ਦਾ ਨਾਮ ਭਾਰਤ ਚੇਂਜ ਕਰਨ ਦੀਆਂ ਗੱਲਾਂ ਆ ਰਹੀਆਂ ਨੇ, ਜਿਸ ਦੇ ਖਿਲਾਫ ਕਾਫੀ ਲੋਕਾਂ ਨੇ ਜਿਹੜਾ ਇਹ ਕਿਹਾ ਵੀ ਆ ਕਿ ਇਹ ਨਾਮ ਨਹੀਂ ਚੇਂਜ ਹੋ ਸਕਦਾ। ਪ੍ਰੋਫੈਸਰ ਸਾਹਿਬ, ਇਹ ਜਿਹੜੀ ਨਾਮ ਨੂੰ ਚੇਂਜ ਕਰਨ ਦੀ ਜਾਂ ਨਾਮਕਰਨ ਕਰਨ ਦੀ ਰਾਜਨੀਤੀ ਆ, ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਆ? ਵੈਸੇ ਤੇ ਦੋ ਗੱਲਾਂ ਆ। ਇੱਕ ਤੇ ਕੇਜਰੀਵਾਲ ਹੋਣਾ ਦਾ ਸਟੈਂਡ ਹੈਗਾ, ਉਹ ਕਹਿੰਦੇ ਆ ਕਿ ਐਵੇਂ ਨਾ ਕੋਈ ਨਵਾਂ ਚੁਵਾਤੀ ਲਾ ਲੈਂਦੇ ਆ, ਕਦੀ ਵਨ ਇੰਡੀਆ ਵਨ ਇਲੈਕਸ਼ਨ, ਉਹਦਾ ਕਰਕੇ ਲੋਕ ਜਿਹੜੇ ਅਸਲੀ ਮੁੱਦੇ ਆ ਉਹਨਾਂ ਤੋਂ ਧਿਆਨ ਭਟਕਾਉਣ ਲਈ, ਜਿਹੜਾ ਬੇਰੁਜ਼ਗਾਰੀ ਦਾ ਮੁੱਦਾ ਆ, ਦੇਸ਼ ਦੇ ਵਿਕਾਸ ਦਾ ਮੁੱਦਾ ਆ, ਚੀਨ ਦਾ ਮੁੱਦਾ ਆ, ਜਾਂ ਮਹਿੰਗਾਈ ਦਾ ਮੁੱਦਾ ਆ, ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕੋਈ ਨਾ ਕੋਈ ਇਹੋ ਜਿਹਾ ਸਗੂਫਾ ਕੱਢ ਲੈਂਦੇ ਆ। ਉਹ ਫਿਰ ਮੀਡੀਆ ਨੂੰ ਕਹਿੰਦੇ ਆ ਵੀ ਹੁਣ ਇਹਦੇ ਤੇ ਗੁੱਡੀ ਕਮਾਈ ਚੱਲੋ, 2 ਦਿਨ ਲੰਘ ਜਾਂਦੇ ਆ, ਫਿਰ ਨਵਾਂ ਸਗੂਫਾ ਛੱਡ ਦਿੰਦੇ। ਇਹ ਆਪਣੇ ਹੱਦ ਤੱਕ ਇੱਕ ਹੱਦ ਤੱਕ ਗੱਲ ਠੀਕ ਹੈ, ਪਰ ਇਹਦੇ ਦੂਸਰੀ ਇੰਟਰਪ੍ਰੀਟੇਸ਼ਨ ਵੀ ਆ ਕਿ ਵੈਸੇ ਹੀ ਇਹ ਜਿਹਨੂੰ ਕਹੀਏ ਕਿ ਸਾਰੇ ਦੇਸ਼ ਦੀ ਰਾਜਨੀਤੀ ਦਾ ਹੋਰ ਨਾ ਅਰਥ ਵਿਵਸਥਾ ਨੂੰ ਤਾਂ ਚਲੋ ਤੁਸੀਂ ਛੱਡ ਲਓ, ਦੂਜੇ ਇੰਸਟੀਟਿਊਸ਼ਨ ਆ ਉਹਦੇ 'ਤੇ ਇੱਕ ਖਾਸ ਕਿਸਮ ਦੀ ਸੋਚ, ਜਿਹੜੀ ਮਨੂਵਾਦੀ ਸੋਚ ਆ, ਉਸ 'ਤੇ ਭਾਰੂ ਕਰਨ ਲਈ ਜਾਂ ਉਸ ਦੇ ਤਰੀਕੇ ਨਾਲ ਦੇਸ਼ ਦੀ ਰਾਜਨੀਤੀ ਨੂੰ ਚਲਾਉਣ ਦੀ ਕਾਫੀ ਇੱਕ ਭਾਰੂ ਸੋਚ ਇੱਥੇ ਚੱਲ ਰਹੀ ਆ ਹੁਣ ਵਾਲੀ ਸਰਕਾਰ ਦੇ ਮਨ ਵਿੱਚ। ਇਹ ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਜੇ ਤੁਸੀਂ ਭਾਰਤ ਦਾ ਔਰੀਜਨ ਜਾਂ ਕਿਸ ਤਰੀਕੇ ਨਾਲ ਦੇਖੋ ਤਾਂ ਇਹ ਕਿਤੇ ਜਿਹੜੇ ਪੁਰਾਣਿਕ ਜਿਹੜੇ ਤੁਹਾਡੇ ਭਾਰਤ ਵਰਸ਼ਾ, ਭਾਰਤਾ, ਇਸ ਕਿਸਮ ਦਾ ਭਾਰਤ, ਇਹ ਕਈ ਕਿਸਮ ਦੇ ਨਾਂ ਉੱਥੇ ਜਿਹੜੇ ਕੁਝ ਵੇਦਾਂ 'ਚੋਂ ਜਾਂ ਪੁਰਾਣਾਂ ਦੇ ਵਿੱਚੋਂ ਲੈ ਕੇ ਤੇ ਇਹਦੇ ਦੇਸ਼ ਨੂੰ ਪਛਾਣ ਨੂੰ ਲਿਜਾਣਾ ਚਾਹੁੰਦੇ ਆ ਨਾ, ਗਾਂ ਨੂੰ ਨਹੀਂ ਲਿਜਾਣਾ ਚਾਹੁੰਦੇ। ਉਹ ਜਿਹੜੀ ਪੁਰਾਣੀ ਮਾਈਕਰੋ ਸਰਜਰੀ ਸੀ, ਉਡਣ ਤਸ਼ਤਰੀਆਂ ਸੀ, ਜਿਹੜਾ ਇਤਿਹਾਸ ਦਾ ਮਿਥਿਹਾਸ ਬਣਾਉਣਾ, ਮਿਥਿਹਾਸ ਨੂੰ ਇਤਿਹਾਸ ਮੰਨ ਕੇ ਚੱਲਣਾ, ਇਸ ਕਿਸਮ ਦੀ ਜਿਹੜੀ ਸਾਰੀ ਉੱਪਰ ਥੱਲੇ ਸਾਰੀ ਕਰ ਰਹੇ ਆ, ਤੇ ਉਹਦੇ ਵਿੱਚੋਂ ਇਹ ਨਿਕਲਿਆ। ਹੁਣ ਇੱਕ ਇੰਟਰਪ੍ਰੀਟੇਸ਼ਨ ਇਹ ਹੈ, ਉਹ ਕੀ ਕਹਿ ਰਿਹਾ। ਕੱਲ੍ਹ ਸਾਡੀਆਂ ਬਹਿਸਾਂ ਬਹੁਤ ਹੋਈਆਂ, ਅੱਜ ਵੀ ਇਹ ਅਖਬਾਰਾਂ ਦੇ ਵਿੱਚ ਤੁਸੀਂ ਚਰਚਾ ਦੇਖੀ ਹੈ, ਬਹਿਸਾਂ ਇਸ ਗੱਲ 'ਤੇ ਹੋਈਆਂ। ਉਹ ਕਹਿੰਦੇ ਜੀ ਦੇਖੋ, ਜਿਹੜਾ ਸੰਵਿਧਾਨ ਦਾ ਆਰਟੀਕਲ ਪਹਿਲਾ ਆ 1 ਨੰਬਰ, ਉਹਦੇ 'ਤੇ ਕੀ ਲਿਖਿਆ ਆ? ਉਹਤੇ ਲਿਖਿਆ ਇੰਡੀਆ ਦੈਟ ਇਜ਼ ਭਾਰਤ ਇਜ਼ ਏ ਯੂਨੀਅਨ ਆਫ ਸਟੇਟਸ। ਬਿਲਕੁਲ ਜੀ, ਠੀਕ ਹੈ ਨਾ, ਇਹੀ ਠੀਕ ਹੈ ਨਾ? ਬਿਲਕੁਲ। ਈਵਨ ਕਿ ਪ੍ਰੈਂਬਲ 'ਚ ਵੀ ਲਿਖਿਆ ਵੀ ਦਾ ਪੀਪਲ ਆਫ ਇੰਡੀਆ। ਬਿਲਕੁਲ। ਹੁਣ ਨਾ ਯੂਨੀਅਨ ਆਫ ਸਟੇਟ, ਹੁਣ ਉਹਦੇ 'ਚ ਕੀ ਆ ਕਿ ਇਸ ਦਾ ਮੁੱਖ ਨਾਂ ਇੰਡੀਆ ਆ। ਕਿਸੇ ਨੂੰ ਭੁਲੇਖਾ ਨਾ ਰਹੇ ਕਿ ਇੰਡੀਆ ਆ, ਕਿਉਂਕਿ ਇਸ ਗੱਲ ਦਾ ਇੰਪ੍ਰੈਸ਼ਨ ਤੇ ਹੋਊਗਾ ਨਾ ਕਿ ਫਿਰ ਇੰਡੀਆ ਤੇ ਅੰਗਰੇਜ਼ਾਂ ਨੇ ਨਾਂ ਜਾਂ ਕਿੱਦਾਂ ਜਾਂ ਅੰਗਰੇਜ਼ੀ 'ਚ ਨਾਂ, ਤੇ ਅਸੀਂ ਇਸ ਨੂੰ ਆਪਣਾ ਵੀ ਜਿਹੜੀਆਂ ਰੂਟਸ ਨਾ ਭੁੱਲੀਏ। ਉਹਨਾਂ ਨੇ ਕਿਹਾ ਕਿ ਅਸੀਂ ਇੰਡੀਆ ਭਾਰਤ ਨੂੰ ਹੀ ਕਹਿੰਦੇ ਆ। ਬਿਲਕੁਲ। ਤੇ ਇਸ ਲਈ ਇਹ ਕਿਸੇ ਨੂੰ ਭੁਲੇਖਾ ਨਾ ਹੋਏ। ਮਰਜ਼ੀ ਆ ਕਿਸੇ ਦੀ ਆਪਣੀ ਦੇਸ਼ ਦੇ ਵਿੱਚ ਭਾਰਤ ਕਹਿਣਾ, ਭਾਰਤ ਕਹੀ ਚੱਲੋ, ਲੋਕਲ ਲੋਕ ਭਾਰਤ ਕਹੀ ਜਾਣ, ਤੇ ਜਿਨ੍ਹਾਂ ਨੇ ਅੰਗਰੇਜ਼ੀ 'ਚ ਲਿਖਣਾ ਉਹ ਭਾਰਤ ਦੀ ਜਗ੍ਹਾ ਇੰਡੀਆ ਲਿਖੀ ਜਾਣਗੇ। ਜਿਵੇਂ ਕਿ ਅੰਗਰੇਜ਼ਾਂ ਨੇ ਸਾਨੂੰ ਸੰਵਿਧਾਨ ਵੀ ਦਿੱਤਾ, ਡੈਮੋਕ੍ਰੇਸੀ ਵੀ ਦਿੱਤੀ ਤੇ ਨਾਂ ਵੀ ਦੇ ਦਿੱਤਾ। ਹੁਣ ਇਸ ਗੱਲ ਦੀ ਇੱਕ ਚਿੜ ਵੀ ਹੈਗੀ, ਕਿਉਂਕਿ ਇਹਨਾਂ ਦਾ ਤੇ ਸਾਰਾ ਧਰਮ ਦੇ ਨਾਂ 'ਤੇ, ਰੂਟਿੰਗ ਦੇ ਨਾਂ 'ਤੇ ਉਸ ਕਿਸਮ ਦਾ ਚੱਲਦਾ ਨਾ, ਕਿ ਉਸ ਲਈ ਇਹਨਾਂ ਨੂੰ ਇਸ ਗੱਲ ਦਾ ਇਹ ਇੱਕ ਤੇ ਉਹ ਹੈਗੀ ਆ ਜਿਹੜੀ ਮੈਂ ਤੁਹਾਨੂੰ ਵਿਚਾਰਧਾਰਕ ਤੌਰ 'ਤੇ ਪ੍ਰੋਬਲਮ ਹੈ। ਦੂਜੀ ਜਿਹੜੀ ਇਮੀਡੀਏਟ ਕਾਰਨ ਕਿ ਹੁਣੇ ਕਿਉਂ ਕੀਤਾ ਗਿਆ। ਜੇ ਉਹਨਾਂ ਦੇ ਜਿਹੜੇ ਸਾਰੇ ਸਪੀਕਰ ਆ ਜਾਂ ਉਹਨਾਂ ਦੇ ਲੀਡਰ ਆ, ਉਹ ਕਹਿੰਦੇ ਜੀ ਦੇਖੋ ਜੀ ਇਹ 'ਚ ਕੀ ਫਰਕ ਪਿਆ, ਉਹ ਤੇ ਸੰਵਿਧਾਨ 'ਚ ਲਿਖਿਆ 2 ਨਾਂ ਆ, ਜਿਹੜਾ ਮਰਜ਼ੀ ਲਿਖ ਦਿਓ। ਜੇ ਤੇ ਮਰਜ਼ੀ ਤੇ ਆਪਾਂ ਆਪਣੇ ਇਨਵੀਟੇਸ਼ਨ G20 ਦਾ ਫੰਕਸ਼ਨ ਹੋ ਰਿਹਾ, ਉਹਦਾ ਡਿਨਰ ਹੈਗਾ 9 ਤਰੀਕ ਨੂੰ, ਤੇ ਰਾਸ਼ਟਰਪਤੀ ਵੱਲੋਂ ਇਨਵੀਟੇਸ਼ਨ ਕਾਰਡ ਦਿੱਤੇ ਗਏ ਆ, ਔਰ ਜਿਹੜੇ ਇਨਵੀਟੇਸ਼ਨ ਕਾਰਡ ਦਿੱਤੇ ਗਏ ਰਾਸ਼ਟਰਪਤੀ ਵੱਲੋਂ, ਉਹਦੇ ਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ। ਤਾਂ ਇਹ ਪਹਿਲਾਂ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਹੈ, ਉਹ ਇਨਵਾਈਟਸ ਦਿਸ ਸਾਰਾ ਅੱਗੇ ਜਿਹੜਾ ਕਾਰਡ ਹੈ ਉਹਦਾ ਹੈਗਾ। ਇਹਨਾਂ ਨੂੰ
ਇਸ ਗੱਲ ਲਈ ਕਿ ਇਹ ਇਸ ਮੌਕੇ ਤੇ ਜਦੋਂ G20 ਦੀ ਮੀਟਿੰਗ ਹੋ ਰਹੀ ਆ ਉਹਦੇ ਡਿਨਰ ਦੇ ਉੱਤੇ ਇਸ ਤਰ੍ਹਾਂ ਇੰਡੀਆ ਨੂੰ ਬਦਲ ਕੇ ਭਾਰਤ ਕਿਉਂ ਲਿਖਿਆ, ਜਦ ਕਿ ਜਿਹੜੇ ਵਿਦੇਸ਼ੀ ਆਉਣਗੇ ਉਹ ਇੰਡੀਆ ਸਾਡਾ ਨਾਂ ਸਮਝਦੇ ਆ, ਉਹ ਭਾਰਤ ਤੇ ਨਹੀਂ ਸਮਝਦੇ ਆ। ਕਿਉਂਕਿ ਰਿਪਬਲਿਕ ਆਫ ਇੰਡੀਆ, ਤੁਹਾਡਾ ਨੋਟਾਂ ਦੇ ਉੱਤੇ ਨਾਂ ਇੰਡੀਆ ਲਿਖਿਆ, ਸਾਰੀ ਜਗ੍ਹਾ ਜੋ ਵੀ ਜਗ੍ਹਾ ਇੰਡੀਆ ਹੀ ਲਿਖਿਆ ਨਾ। ਜਾਂ ਤੁਸੀਂ ਸਿੱਧਾ ਹੀ ਆਪਣਾ ਹਿੰਦੀ 'ਚ ਦੇ ਦਿੰਦੇ, ਇੱਕ ਪਾਸੇ ਹਿੰਦੀ 'ਚ ਕਰ ਦਿੰਦੇ ਜਾਂ ਸੰਸਕ੍ਰਿਤ 'ਚ ਕਰ ਦਿੰਦੇ, ਜਿਹੜੀ ਵੀ ਤੁਹਾਨੂੰ ਭਾਸ਼ਾ ਲੱਗਦੀ, ਦੂਜੇ ਪਾਸੇ ਉਸੇ ਕਾਰਡ ਦੇ ਤੁਸੀਂ ਅੰਗਰੇਜ਼ੀ 'ਚ ਪਾ ਦਿੰਦੇ। ਫਿਰ ਵੀ ਆਪਾਂ ਮਲਟੀਲਿੰਗੁਅਲ ਦੇਸ਼ ਹੈਗਾ, ਵੱਡਾ ਦੇਸ਼ ਹੈਗਾ, ਤੇ ਇਸ ਕਿਸੇ ਨੂੰ ਸਮਝ ਪੈਂਦੀ ਵੀ ਇਹਨਾਂ ਨੇ 2 ਭਾਸ਼ਾ ਦੇ ਵਿੱਚ ਕਾਰਡ ਨੂੰ ਦਿੱਤਾ। ਹੁਣ ਇਸ ਗੱਲ ਦਾ ਜਵਾਬ ਕੋਈ ਨਹੀਂ ਹੈ। ਅੱਜ ਇੱਕ ਚਰਚਾ ਵੀ ਆਈ ਹੈ, ਜਿਹੜੇ ਐਕਸ ਸੈਕਟਰੀ ਜਨਰਲ ਲੋਕ ਸਭਾ ਦੇ ਰਹੇ ਹੋਏ ਆ ਆਚਾਰੀ ਸ਼ਾਇਦ ਉਹਨਾਂ ਦਾ ਨਾਂ ਹੈਗਾ ਆ, ਉਹਨਾਂ ਨੇ ਅੱਜ ਇਹ ਕਿਹਾ ਕਿ ਇਸ ਤਰ੍ਹਾਂ ਤੁਸੀਂ ਨਾਂ ਨਹੀਂ ਬਦਲ ਸਕਦੇ। ਜਿੱਥੇ ਇੰਡੀਆ ਉੱਥੇ ਇੰਡੀਆ ਹੀ ਰਹੂਗਾ। ਸਾਰੀ ਦੁਨੀਆ ਸਾਨੂੰ ਇੰਡੀਆ ਦੇ ਨਾਂ ਤੇ ਜਾਣਦੀ ਆ। ਬਹੁਤ ਸਾਰੀਆਂ ਕਿਤਾਬਾਂ, ਲਿਟਰੇਚਰ ਸਾਰਾ ਅੰਗਰੇਜ਼ੀ 'ਚ ਜਿਹੜਾ ਹੈਗਾ ਉਹ ਇੰਡੀਆ ਹੀ ਹੈ। ਤਾਂ ਤੁਸੀਂ ਅਚਾਨਕ ਇੱਕ ਪਾਸੇ ਤੇ ਪ੍ਰੈਜ਼ੀਡੈਂਟ ਆਫ ਲਿਖੋਗੇ, ਫਿਰ ਭਾਰਤ ਲਿਖੋਗੇ, ਇਹ ਤੇ ਆਪਣੇ ਆਪ 'ਚ ਹੈ ਨਾ। ਜਾਂ ਲਿਖੋ ਨਾ ਦੇਸ਼ ਦੇ ਰਾਸ਼ਟਰਪਤੀ, ਸਮਝ ਪੈਂਦੀ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਆ ਕੀਤਾ, ਉਹ ਤੇ ਸਮਝ ਪੈਂਦੀ ਹੈ। ਤੁਸੀਂ 2 ਅੱਖਰ ਤੇ ਲੈ ਲਏ ਅੰਗਰੇਜ਼ੀ ਦੇ, ਅੱਗੇ ਭਾਰਤ ਜੋੜਤਾ। ਇਹ ਇੱਕ ਆਪਣਾ ਹੀ ਜਲੂਸ ਜਿਹਾ ਕਢਾਉਣ ਵਾਲੀ ਗੱਲ ਲੱਗਦੀ ਹੈ, ਹਾਸੋਹੀਣੀ ਜੀ ਗੱਲ ਲੱਗਦੀ ਹੈ। ਬਹੁਤੀ ਚਰਚਾ ਇਹ ਹੋ ਰਹੀ ਹੈ ਕਿ ਇਹਦੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਆ INDIA ਤੋਂ, ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਜਿਹੜਾ ਬਣਿਆ 26-28 ਪਾਰਟੀਆਂ ਦਾ। ਉਸ ਤੋਂ ਉਹ ਜਿੱਦਣ ਦਾ ਉਹਨਾਂ ਨੇ ਪਲੇਟਫਾਰਮ ਦਿੱਤਾ ਇੰਡੀਆ ਵਰਸਸ ਮੋਦੀ ਹੋ ਜਾਂਦਾ, ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਮੋਦੀ ਇੰਡੀਆ ਦੇ ਵਿਰੁੱਧ ਕਿਵੇਂ ਹੋ ਸਕਦਾ। ਇੰਡੀਆ ਵਰਸਸ NDA ਹੋ ਸਕਦਾ ਵੀ NDA ਭਾਰਤ ਦੇ ਵਿਰੁੱਧ, ਜਾਂ ਕਿਉਂਕਿ ਇੱਕ ਪੱਧਰ ਦੇ ਉੱਤੇ ਦੋਵੇਂ ਬਰਾਬਰ ਵੀ ਚੱਲਦੇ ਆ। ਭਾਰਤ ਇੰਡੀਆ ਜਦੋਂ ਤਾਂ ਅਸੀਂ ਸੋਚਦੇ ਹਾਂ ਆਪਣੇ ਤੌਰ ਤੇ, ਇੱਥੋਂ ਦੇ ਵਾਸੀ ਸੋਚਾਂਗੇ, ਅਸੀਂ ਭਾਰਤੀ ਸੋਚਦੇ ਹਾਂ। ਕਈ ਵੇਚ ਲੋਕ ਹਿੰਦੁਸਤਾਨ ਵੀ ਕਹਿੰਦੇ ਆ। ਇਸ ਲਈ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਕਿ ਕੀ ਇਸ ਮੌਕੇ ਦੇ ਉੱਤੇ ਇਸ ਨੂੰ ਬਦਲ ਦੇਣਾ, ਇਹਦੇ ਅਸਲੀ ਕਾਰਨ ਕੀ ਆ। ਮੈਨੂੰ ਤੇ ਇਹੀ ਸਮਝ ਪੈਂਦੀ ਆ 2-3 ਕਾਰਨ ਹੀ ਆ। ਇੱਕ ਤੇ ਮੁੱਦਿਆਂ ਤੋਂ ਭੜਕਾਉਣਾ, ਜਿਵੇਂ ਕੇਜਰੀਵਾਲ ਹੁਣੀ ਕਹਿੰਦੇ ਆ। ਦੂਸਰਾ ਤੁਸੀਂ ਇਹ ਹੈ ਕਿ ਆਪਣੇ ਹਰ ਚੀਜ਼ ਨੂੰ ਪਿਛੋਕੜ ਵੱਲ ਨੂੰ ਖਿੱਚ ਕੇ ਲਿਜਾਣਾ, ਪੁਰਾਣੇ ਵੈਦਿਕ ਟਾਈਮ ਵੱਲ ਨੂੰ ਖਿੱਚ ਕੇ ਨਾਵਾਂ ਨੂੰ ਉਸ ਕਿਸਮ ਦਾ ਨਾਮਕਰਨ, ਜਿਵੇਂ ਤੁਸੀਂ ਦੱਸਿਆ ਬਹੁਤ ਸਾਰੇ ਹੋਰਨਾਂ ਸਟੇਸ਼ਨਾਂ ਦੇ, ਸ਼ਹਿਰਾਂ ਦੇ, ਗਲੀਆਂ ਦੇ ਨਾਮ ਬਦਲੇ ਜਾ ਰਹੇ ਆ, ਇਤਿਹਾਸ ਬਦਲਿਆ ਜਾ ਰਿਹਾ, ਦਲਿਤਾਂ ਨੂੰ ਇਤਿਹਾਸ ਵਿੱਚੋਂ ਕੱਢਿਆ ਜਾ ਰਿਹਾ ਹੈ। ਜਿਹੜਾ ਦਲਿਤਾਂ ਦੇ ਨਾਲ ਇੱਥੇ ਧੱਕਾ ਹੋਇਆ ਉਹ ਸਾਰੇ ਇਤਿਹਾਸ ਨੂੰ ਜਾਂ ਤੇ ਛੋਟਾ ਕਰ ਦਿੱਤਾ ਜਾਂ ਬਿਲਕੁਲ ਖਤਮ ਹੀ, ਕਿਸਾਨਾਂ ਦੀਆਂ ਮੂਵਮੈਂਟਾਂ ਨੂੰ ਕਰ ਦਿੱਤਾ, ਘੱਟ ਗਿਣਤੀਆਂ ਦੇ ਇਤਿਹਾਸ ਨੂੰ ਛੋਟਾ ਕੀਤਾ ਜਾ ਰਿਹਾ ਜਾਂ ਬਿਲਕੁਲ ਖਤਮ ਕੀਤਾ ਜਾ ਰਿਹਾ। ਇਸ ਕਿਸਮ ਦੀਆਂ ਕਾਫੀ ਤਬਦੀਲੀਆਂ ਦੇਸ਼ ਦੇ ਵਿੱਚ ਹੋ ਰਹੀਆਂ, ਤੇ ਉਸ ਨੂੰ ਲੈ ਕੇ ਬੜਾ ਐਨ ਇਸ ਮੌਕੇ ਦੇ ਉੱਤੇ ਇਹੋ ਜਿਹਾ ਕਰ ਦੇਣਾ, ਇਹ ਕਾਫੀ ਲੋਕਾਂ ਨੂੰ ਅਚੰਭਿਤ ਵੀ ਲੱਗਾ, ਕਾਫੀ ਚਰਚਿਤ ਵੀ ਹੈਗਾ। ਕੀ ਹੁਣ ਇਹ ਦੁਬਾਰਾ ਇੰਡੀਆ ਤੇ ਵਾਪਸ ਜਾਣਗੇ ਜਾਂ ਭਾਰਤ ਤੇ ਹੀ ਰਹਿਣਗੇ। ਇਹ ਗੱਲ ਹੋਰ ਵੀ ਤੂਲ ਫੜ ਗਈ ਕਿਉਂਕਿ 18, 19, 20, 21, 22 5 ਦਿਨ ਪਾਰਲੀਮੈਂਟ ਦਾ ਹੁਣੇ ਸੈਸ਼ਨ ਆ ਰਿਹਾ। ਕੀ ਇਹਦੇ 'ਚ ਇਹੋ ਜਿਹਾ ਬਦਲਾਅ ਵਾਲੀ ਗੱਲ ਤਾਂ ਨਹੀਂ ਆ ਰਹੀ? ਜੇ ਉਹ ਪਹਿਲਾ ਜਿਹੜਾ ਧਾਰਾ 1 ਆ ਉਹਦੇ 'ਚ ਬਦਲਣਗੇ, ਇੰਡੀਆ ਕੱਢ ਦੇਣਗੇ, ਭਾਰਤ ਹੀ ਰੱਖਣਗੇ, ਇਕੱਲਾ 2 ਨਾਂ ਨਹੀਂ ਰੱਖਣਗੇ, ਉਹ ਤਾਂ ਫਿਰ ਅਖੀਰ 'ਚ ਇਹ ਹੋਊਗਾ ਕਿ ਬਾਕੀ ਜਗ੍ਹਾ ਦੇ ਵਿੱਚ ਵੀ ਸੰਵਿਧਾਨ ਦੇ ਵਿੱਚ ਜਗ੍ਹਾ ਬਦਲਣੀ ਪਊਗੀ। ਮੇਰੇ ਮਨ 'ਚ ਗੁਰਦੀਪ ਇਹ ਆ ਰਿਹਾ ਸੀਗਾ ਵੀ ਅਸੀਂ ਇਹ ਤਾਂ ਕਹਿ ਹੀ ਰਹੇ ਹਾਂ ਕਿ ਸੰਵਿਧਾਨ ਨੂੰ ਖਤਰਾ, ਬਹੁਤ ਵਿਰੋਧੀ ਪਾਰਟੀਆਂ ਕਹਿ ਰਹੀਆਂ, ਫਿਰ ਉਹਨਾਂ ਨੇ ਧਾਰਾ ਨੰਬਰ 1 ਤੋਂ ਸ਼ੁਰੂ ਕਰ ਲਿਆ, ਹੌਲੀ ਕਰਕੇ ਜਿੰਨੀਆਂ ਧਾਰਾ ਸਾਰੀਆਂ ਹੈਗੀਆਂ ਸਾਰਾ ਸੰਵਿਧਾਨ ਖਤਮ ਕਰ ਦੇਣਗੇ, ਤੇ ਕੱਲੀ ਨੂੰ ਲੈ ਕੇ ਫਿਰ ਆਪਣੀ ਤਰਮੀਮਾਂ ਜੋ ਕਰਨੀਆਂ ਕਰਦੇ ਇਸ ਤਰੀਕੇ ਨਾਲ ਮੈਨੂੰ ਲੱਗਦਾ ਬਦਲਦਾ ਰਹੂਗਾ। ਪਰ ਇਹ ਹੈ ਬੜੀ ਇੱਕ ਪਾਸੇ ਹਾਸੋਹੀਣੀ ਵੀ ਗੱਲ ਹੈ, ਦੂਜੀ ਪਾਸੇ ਬੜੀ ਸਡਨ ਅਚੰਭੇ ਵਾਲੀ ਗੱਲ ਵੀ ਹੈ। ਇਹਦੇ 'ਚ ਜਿਹੋ ਜਿਹੀ ਵੀ ਪੋਲੀਟਿਕਸ ਹੋਵੇ, ਤੇ ਤੀਜੀ ਗੱਲ ਇਹ ਲੱਗਦੀ ਹੈ ਕਿ ਮੋਦੀ ਜੀ ਹੁਣੀ ਘਬਰਾ ਸੱਚੀ ਮੁੱਚੀ ਇੰਨਾ ਗਏ ਆ ਕਿ ਉਹ INDIA ਦੇ ਨਾਂ ਵੀ ਨਹੀਂ ਲੈਣਾ ਚਾਹੁੰਦੇ, ਜਦ ਕਿ ਇਸੇ ਨਾਂ ਤੇ ਸਾਰੀ ਦੁਨੀਆ ਸਾਨੂੰ ਜਾਣਦੀ ਹੈ। ਪ੍ਰੋਫੈਸਰ ਸਾਹਿਬ ਤੁਸੀਂ ਬਹੁਤ ਸਹੀ ਕਿਹਾ ਕਿ ਜਦੋਂ ਦਾ ਇਹ ਇੰਡੀਆ ਨਾਮ ਦਾ ਅਲਾਈਅੰਸ ਬਣਿਆ ਹੋਇਆ, ਉਸ ਤੋਂ ਬਾਅਦ ਮੋਦੀ ਸਰਕਾਰ ਦੇ ਵਿੱਚ ਬੇਚੈਨੀ ਹੈਗੀ ਆ, ਤੇ ਇਸ ਬੇਚੈਨੀ ਤੋਂ ਬਾਅਦ ਜਿਹੜਾ ਹੁਣ ਦੁਬਾਰਾ ਫਿਰ ਮੀਟਿੰਗਾਂ ਹੋਈਆਂ ਨੇ, ਮੀਟਿੰਗਾਂ ਦੇ ਵਿੱਚ ਇਸ ਅਲਾਈਅੰਸ ਨੇ ਇਹ ਵੀ ਡਿਸਾਈਡ ਕਰ ਲਿਆ ਕਿ ਉਹ ਇਕੱਠੇ ਹੋ ਕੇ
ਜਿਹੜੀਆਂ ਆਉਣ ਵਾਲੀਆਂ 2024 ਦੀਆਂ ਇਲੈਕਸ਼ਨ ਨੇ ਲੜਨਗੇ। ਤੇ ਉਹਨਾਂ ਇਲੈਕਸ਼ਨਾਂ ਦੇ ਲਈ ਉਹਨਾਂ ਨੇ ਆਪਣੇ ਅੰਦਰੋਂ ਖਾਤੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਸਾਰੀਆਂ ਪਾਰਟੀਆਂ ਆਪਣੀ ਜਿੰਨੀ ਵੀ ਰਿਪਰੈਜ਼ੈਂਟੇਸ਼ਨ ਆ ਉਹ ਬੈਠ ਕੇ ਗੱਲਬਾਤ ਕਰ ਲਓ। ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇਹਦੇ ਖਿਲਾਫ ਵਿਦਰੋਹ ਹੋ ਰਿਹਾ। ਪੰਜਾਬ ਦੀ ਕਾਂਗਰਸ ਪਾਰਟੀ ਵਾਲੇ ਜਿਹੜੇ ਇੱਥੋਂ ਰਿਪਰੈਜ਼ੈਂਟ ਕਰਦੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਵੈਸੇ ਆਪਾਂ ਪਹਿਲਾਂ ਵੀ ਇਹਦੇ ਤੇ ਕਈ ਗੱਲਾਂ ਬਾਤਾਂ ਕਰ ਚੁੱਕੇ ਹਾਂ, ਪਰ ਕਿਉਂਕਿ ਹੁਣ ਦੁਬਾਰਾ ਉਹਨਾਂ ਨੇ ਇਹ ਸੀਟ ਸ਼ੇਅਰਿੰਗ ਦੀ ਗੱਲ ਕੀਤੀ ਹੈ ਤੇ ਕੀ ਨਤੀਜੇ ਹੋਣਗੇ, ਕਿਉਂਕਿ ਇੱਕ ਪਾਸੇ ਤਾਂ ਇਹ ਅਲਾਈਅੰਸ ਦੇ ਬਾਰੇ ਬਹੁਤ ਗੱਲਾਂ ਹੋ ਰਹੀਆਂ ਨੇ ਕਿ ਬਿਲਕੁਲ ਵਾਕਈ ਜਿਹੜਾ ਅਲਾਈਅੰਸ ਆ ਮੋਦੀ ਸਰਕਾਰ ਨੂੰ ਟੱਕਰ ਦੇ ਸਕਦਾ, ਪਰ ਦੂਜੇ ਪਾਸੇ ਇਹਨਾਂ ਦੇ ਜਿਹੜੇ ਆਪਸੀ ਟਕਰਾਅ ਹੋਣਗੇ, ਜਿਹੜੀਆਂ ਆਪਸੀ ਇਹਨਾਂ ਦੇ ਰੀਜਨਲ ਪਾਰਟੀਜ਼ ਦੀਆਂ ਆਪਸ ਵਿੱਚ ਲੜਾਈਆਂ ਨੇ, ਉਹ ਤੋਂ ਬਾਅਦ ਵੀ ਕੀ ਇਹ ਜਿਹੜਾ ਅਲਾਈਅੰਸ ਆ ਇਹ ਕਾਇਮ ਰਹਿ ਸਕੇਗਾ ਜੀ? ਗੁਰਦੀਪ, ਇਹ ਬੜੀ ਪੰਜਾਬ ਦੇ ਪੈਸੇ ਹੀ ਅਲੱਗ ਰਹਿੰਦਾ ਦੇਸ਼ ਨਾਲੋਂ, ਤੇ ਇਸ ਮਾਮਲੇ 'ਚ ਵੀ ਬਿਲਕੁਲ ਅਲੱਗ ਸੁਰਾਂ ਨਿਕਲ ਰਹੀਆਂ। ਸੁਰਾਂ ਇਹ ਨਿਕਲ ਰਹੀਆਂ ਕਿ ਜਿਹੜਾ ਫਾਈਨੈਂਸ ਮਿਨਿਸਟਰ ਆ ਆਮ ਆਦਮੀ ਪਾਰਟੀ ਦਾ ਹਰਪਾਲ ਸਿੰਘ ਚੀਮਾ ਜੀ, ਉਹ ਤੇ ਕਹਿ ਰਹੇ ਆ, ਉਹ ਮੈਨੂੰ ਉਹਨਾਂ ਦੀ ਗੱਲ ਦੇ ਵਿੱਚ ਦਮਖਮ ਲੱਗਦਾ, ਸਿਆਣੀ ਗੱਲ ਕਰ ਰਹੇ ਬਿਲਕੁਲ ਜੀ। ਉਹ ਕੀ ਕਹਿ ਰਹੇ ਆ ਕਿ ਦੇਖੋ ਜੇ ਮੋਦੀ ਨੂੰ ਹਰਾਉਣਾ ਤੇ ਸਾਨੂੰ ਆਪਸੀ ਵੋਟ ਜਿਹੜੀ ਆ ਡਿਵੀਜ਼ਨ ਤੋਂ ਬਚਣਾ ਚਾਹੀਦਾ। ਬਿਲਕੁਲ ਜੀ। ਕਿਉਂਕਿ ਮੋਦੀ ਜੀ ਦਾ ਜਿਹੜਾ ਇਸ ਵੇਲੇ ਹਮਲਾ ਜਾਂ ਮੋਦੀ ਦੀ ਪਾਰਟੀ ਦਾ ਜਿਹੜਾ ਆ ਉਹ ਦੋ ਹੀ ਟਾਰਗੇਟ ਆ, ਇੱਕ ਸੰਵਿਧਾਨ ਨੂੰ ਬਦਲਣਾ ਜੀ, ਆਪਣੇ ਢੰਗ ਨਾਲ ਮੋੜ ਤਰੋੜ ਕੇ ਆਪਣੇ ਢੰਗ ਨਾਲ ਪੱਕਾ ਆਪਣਾ ਮਜ਼ਬੂਤੀ ਕਰਨੀ, ਜਿਵੇਂ ਬਾਕੀ ਵੀ ਆਮ ਤੁਸੀਂ ਰੂਸ ਦਾ ਲੈ ਲਓ, ਉਹਨਾਂ ਨੇ ਪਰ ਰਾਸ਼ਟਰਪਤੀ ਦੀ ਟੈਨਿਓਰ ਵਧਾ ਲਈ, ਚੀਨ ਦਾ ਲੈ ਲਓ, ਸ਼ੀ ਜਿਨਪਿੰਗ ਨੂੰ ਰੱਖਣ ਲਈ ਉਹਨਾਂ ਨੇ ਆਪਣਾ ਸਾਰਾ ਬਦਲਿਆ। ਇੱਥੇ ਵੀ ਇਹੋ ਕੰਮ ਕਿ ਕੋਈ ਪਾਰਟੀ ਕਿਵੇਂ ਮਜ਼ਬੂਤੀ ਨਾਲ ਕਾਬਜ਼ ਰਹੇ ਸੱਤਾ ਦੇ ਉੱਤੇ, ਇਹੋ ਜਿਹੀਆਂ ਤਬਦੀਲੀਆਂ ਕਰਨ ਵੱਲ ਉਹ ਸੋਚ ਰਹੇ ਆ। ਤੇ ਇਸ ਲਈ ਇੱਕ ਤੇ ਇਹ ਗੱਲ ਜਿਹੜੀ ਹੈ ਚੱਲ ਰਹੀ ਹੈ, ਤੇ ਇਸ ਨੂੰ ਰੋਕਣ ਲਈ ਇੱਕੋ ਹੀ ਆਖਿਆ ਕਿ ਤੁਸੀਂ ਵਿਰੋਧੀ ਪਾਰਟੀਆਂ ਆਉਣ ਜਿਹੜੀਆਂ ਕਿ ਜਿਨ੍ਹਾਂ ਦਾ ਸੰਵਿਧਾਨ ਦੇ ਵਿੱਚ ਪੂਰਨ ਵਿਸ਼ਵਾਸ ਹੈ, ਤੇ ਉਹ ਇਸ ਨੂੰ ਭੰਨਣ ਤੋੜਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਦੂਸਰਾ ਚੀਮਾ ਜੀ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਦੂਸਰਾ ਆਰਗੂਮੈਂਟ ਹੈ ਕਿ ਦੇਸ਼ ਦੀ ਇਸੇ ਕਰਕੇ ਹੀ ਜਿਹੜੀ ਡੈਮੋਕ੍ਰੇਸੀ ਹੈ, ਲੋਕਤੰਤਰ ਪ੍ਰਣਾਲੀ ਹੈ ਸਾਡੀ, ਉਸ ਨੂੰ ਵੱਡਾ ਖਤਰਾ ਪੈਦਾ ਹੋ ਗਿਆ। ਤੇ ਜਦੋਂ ਲੋਕਤੰਤਰ ਨੂੰ ਖਤਰਾ ਪੈਦਾ ਹੁੰਦਾ ਤੇ ਸਭ ਤੋਂ ਵੱਧ ਨੁਕਸਾਨ ਉਹਦੇ ਭਾਗੀਦਾਰੀ ਜਿਹੜੀ ਭੋਗਦੇ ਆ, ਉਸ ਦੇ ਨੁਕਸਾਨ ਨੂੰ ਭੋਗਦੇ ਆ, ਉਹ ਔਰਤਾਂ ਹੋਣਗੀਆਂ, ਗਰੀਬ ਮਜ਼ਦੂਰ ਹੋਊਗਾ, ਉਹਦੇ 'ਚ ਦਲਿਤ ਹੋਣਗੇ, ਆਦੀਵਾਸੀ ਹੋਣਗੇ, ਗਰੀਬ ਕਿਸਾਨ ਹੋਣਗੇ, ਜਾਂ ਪਿੰਡਾਂ ਦੇ ਵਿੱਚ ਜਾਂ ਜਿਹੜੇ ਬੇਰੁਜ਼ਗਾਰ ਹੋਣਗੇ, ਜਿਨ੍ਹਾਂ ਦੇ ਕੋਲ ਸਾਧਨ ਸੰਪੰਨ ਲੋਕ ਨਹੀਂ ਹੈ। ਸਭ ਤੋਂ ਵੱਧ ਨੁਕਸਾਨ ਇਹੋ ਜਿਹੇ ਹਾਲਾਤਾਂ 'ਚ ਉਹਨਾਂ ਦਾ ਹੁੰਦਾ, ਕਿਉਂਕਿ ਉਹਨਾਂ ਦੇ ਕੋਲ ਮਾਰਜਨ ਨਹੀਂ ਹੁੰਦਾ ਕਿਸੇ ਕਿਸਮ ਦਾ ਆਪਣੇ ਆਪ ਨੂੰ ਸਸਟੇਨ ਕਰਨ ਦਾ। ਤੇ ਇਹ ਗੱਲ ਇਸੇ ਕਰਕੇ ਉਹ ਬੜੇ ਸਤਰਕ ਹੈਗੇ ਆ ਹਰਪਾਲ ਸਿੰਘ ਚੀਮਾ। ਉਹਨਾਂ ਨੇ ਇਹ ਬਿਆਨ ਕੱਲ੍ਹ ਵੀ ਦਿੱਤਾ, ਅੱਜ ਵੀ ਦਿੱਤਾ, ਠੋਕ ਕੇ ਉਸ ਬਿਆਨ ਨੂੰ ਉਹ ਰਿਪੀਟ ਕਰ ਰਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੀ ਨੈਸ਼ਨਲ ਲੀਡਰਸ਼ਿਪ ਕੇਜਰੀਵਾਲ ਜਾਂ ਰਾਘਵ ਚੱਡਾ ਉਸ ਕਮੇਟੀ 'ਚ ਬੈਠ ਕੇ ਫੈਸਲਾ ਕਰ ਰਿਹਾ, ਔਰ ਉਹ ਕਹਿ ਰਹੇ ਆ ਕਿ ਅਸੀਂ ਵੋਟ ਡਿਵੀਜ਼ਨ ਨਹੀਂ ਹੋਣ ਦੇਣੀ, ਤੇ 1 to 1 ਜਿਹੜਾ ਸਿੱਧੇ ਮੁਕਾਬਲੇ ਦੇ ਵਿੱਚ ਅਸੀਂ ਰਾਊਟ ਕਰਾਂਗੇ, ਮੋਦੀ ਨੂੰ ਜੜੋਂ ਅਖਾੜ ਸਕਦੇ, ਜਾਂ ਉਸ ਸੋਚ ਨੂੰ ਅਸੀਂ ਬਿਲਕੁਲ ਦੇਸ਼ 'ਚੋਂ ਉਹਨੂੰ ਉਹਦੇ ਖੰਭ ਕੁਤਰ ਸਕਦੇ, ਇੰਜ ਕਹਿ ਲਓ। ਪਰ ਦੂਜੇ ਪਾਸੇ ਜਿਹੜੇ ਸੱਤਾ ਦਾ ਜਿਹੜਾ ਲਾਲਚ ਆ ਉਹ ਵੀ ਬਹੁਤ ਹੁੰਦਾ ਹੈ ਦੂਜਿਆਂ ਨੂੰ ਕਿ ਯਾਰ ਸਾਡਾ ਹਿੱਸਾ ਤੇ ਇੰਨਾ ਬਣਦਾ, ਸਾਡਾ ਹਿੱਸਾ ਇੰਨਾ ਬਣਦਾ। ਕਾਂਗਰਸ ਵਾਲਿਆਂ ਨੂੰ ਇਹ ਬਿਲਕੁਲ ਗੱਲ ਪਚਦੀ ਨਹੀਂ। ਕਾਂਗਰਸ ਦੇ ਵਿੱਚ ਵਰਕਰ ਜ਼ਿਆਦਾ ਤੇ ਲੀਡਰ ਵਰਕਰ ਘੱਟ ਤੇ ਲੀਡਰ ਜ਼ਿਆਦਾ ਜੀ। ਸ਼ੁਕਰ ਕਰੋ ਇਹਨਾਂ ਨੂੰ ਇਸ ਗੱਲ ਦਾ ਬੜਾ ਖੁਸ਼ ਹੋਣਾ ਚਾਹੀਦਾ, 5-7 ਲੀਡਰ ਉੱਧਰ ਜਾ ਕੇ ਬਹਿ ਗਏ ਆ ਬੀਜੇਪੀ 'ਚ, ਉਹਨਾਂ ਨੂੰ ਕੁਝ ਮਿਲੇ ਨਾ ਮਿਲੇ, ਘੱਟੋ ਘੱਟ ਉਨੀਆਂ ਸੀਟਾਂ ਇਹਨਾਂ ਦੀਆਂ ਫ੍ਰੀ ਹੋ ਗਈਆਂ, ਜਿਹੜੇ ਉਹ ਇਕੱਲੇ ਨੇ ਪਾਰਲੀਮੈਂਟ ਦੀ ਸੀਟ ਮੰਗਣੀ ਸੀ। ਪਰ ਜਿਹੜੇ ਬਾਕੀ ਦੇ ਵੀ ਪਿੱਛੇ ਬੈਠੇ ਆ, ਖੈਰ ਆ, ਪ੍ਰਤਾਪ ਸਿੰਘ ਹੋਣੀ ਆ, ਰਾਜਾ ਵੜਿੰਗ ਆ, ਉਹ ਆਸ਼ੂ ਆ, ਹੋਰ ਕਈ ਬੰਦੇ ਜਿਹੜੇ ਸਾਰੇ ਹੈਗੇ, ਕੁਛ ਤੇ ਚਲੋ ਇੱਥੇ ਅਸੈਂਬਲੀ 'ਚ ਵੀ ਹੋਣਗੇ, ਪਰ ਉਹਨਾਂ 'ਚੋਂ ਹੀ ਕਈ ਲੀਡਰ ਇਹਨਾਂ ਨੂੰ ਇਹ ਆ ਤਵੱਕੋ ਹੈਗੀ ਆ ਕਿ ਅਸੀਂ ਹੁਣ ਦਿੱਲੀ ਚੱਲੀਏ, ਬਥੇਰਾ ਪੰਜਾਬ 'ਚ ਕੰਮ ਕਰ ਲਿਆ। ਤੇ ਉਹਨਾਂ ਕੋਲੋਂ ਸਪਲਾਈ ਲੀਡਰਾਂ ਦੀ ਜ਼ਿਆਦਾ, ਉਹ ਸੋਚਦੇ ਆ ਕਿ ਯਾਰ ਜੇ ਸਾਨੂੰ 6-7 ਮਿਲੀਆਂ ਸਾਡੇ ਤੇ ਅਸੀਂ ਸਾਰਿਆਂ ਨੂੰ ਹੀ ਉਹ ਕਰ ਨਹੀਂ ਸਕਦੇ, ਪੂਰਾ ਨਹੀਂ ਕਰ ਸਕਦੇ, ਉਹਨਾਂ ਨੂੰ ਪੂਰਾ ਨਿਭਾ ਨਹੀਂ ਸਕਦੇ। ਦੂਜੇ ਪਾਸੇ ਜੇ ਵੋਟਾਂ ਪਿਛਲੀਆਂ ਜਿੰਨੀਆਂ ਜਿਸ ਨੂੰ ਪਈਆਂ ਉਹਦੀ ਸੀਟ ਸ਼ੇਅਰਿੰਗ ਦਾ ਲੈ ਲੈਂਦੇ ਆ, ਕ੍ਰਾਈਟੀਰੀਆ ਲੈ ਲੈਂਦੇ ਵੀ ਹਾਂ 42% ਵੋਟਾਂ ਪਈਆਂ ਆਪ ਨੂੰ ਤੇ 24% ਵੋਟਾਂ ਪਈਆਂ ਕਾਂਗਰਸ ਨੂੰ, ਤੇ ਉਸ ਹਿਸਾਬ ਨਾਲ ਸੀਟਾਂ ਵੰਡ ਲਓ। ਜੇ ਇਸ ਤਰ੍ਹਾਂ ਇਹ ਬਿਲਕੁਲ ਹੀ ਕਾਂਗਰਸ ਨੂੰ ਮਨਜ਼ੂਰ ਨਹੀਂ, ਉਹ ਕਹਿਣਗੇ ਕਿ ਅੱਜ ਦੀ ਤਰੀਕ 'ਚ ਦੇਖੋ ਕੋਈ ਸਰਵੇ ਕਰਾ ਲਓ, ਤੁਸੀਂ ਕੁਝ ਕਰਾ ਲਓ, ਅੱਜ ਦੀ ਤਰੀਕ 'ਚ ਅਸੀਂ ਦੋਵੇਂ ਧਿਰ ਬਰਾਬਰ ਦੇ ਹਾਂ, ਇਸ ਲਈ ਬਰਾਬਰ ਮਿਲੂ ਤੇ ਅਸੀਂ ਕਰਾਂਗੇ। ਪਰ ਉਹ ਬਰਾਬਰ ਤੇ ਵੀ ਆਉਣ ਲਈ ਤਿਆਰ ਨਹੀਂ, ਉਹ ਤੇ ਕਹਿੰਦੇ ਅਸੀਂ ਤੇ ਮੁਕਾਬਲਾ ਕਰਾਂਗੇ ਇਹਨਾਂ ਦਾ, ਅਸੀਂ ਇਹਨਾਂ ਨੂੰ ਹਰਾਵਾਂਗੇ। ਹੁਣ ਦੇਖੋ ਇੱਕ ਪਾਸੇ ਹੁੰਦਾ ਦੇਸ਼, ਦੁਨੀਆ, ਲੋਕਾਂ ਦੀ ਬੇਰੁਜ਼ਗਾਰੀ, ਗਰੀਬੀ, ਇਹ ਸਾਰੀਆਂ ਚੀਜ਼ਾਂ ਨੂੰ ਸੋਚਣਾ,
ਉਸ ਨੂੰ ਜਦੋਂ ਤੁਸੀਂ ਇੱਕ ਪਾਸਿਓਂ ਸੋਚਦੇ ਆ ਤਾਂ ਦੂਜੇ ਪਾਸੇ ਜਿਹੜਾ ਤੁਹਾਡਾ ਸੱਤਾ ਦਾ ਜਿਹੜਾ ਸਾਰਾ ਇਸ ਕਿਸਮ ਦਾ ਖੇਲ ਜਿਹੜਾ ਮੈਨੂੰ ਇੰਜ ਲੱਗਦਾ ਕਿ ਜੇ ਇਸੇ ਤਰੀਕੇ ਨਾਲ ਰਿਹਾ ਆਪਸ ਵਿੱਚ ਇਹਨਾਂ ਦਾ ਇੱਕ ਦੂਜੇ ਨਾਲ ਬਖੇੜਾ ਰਿਹਾ ਤਾਂ ਪੰਜਾਬ ਦੇ ਵਿੱਚ ਉਹ ਜੋ ਕੇਂਦਰ ਦੇ ਵਿੱਚ ਜਾਂ ਆਲ ਇੰਡੀਆ ਦੇ ਪਲੇਟਫਾਰਮ ਤੋਂ ਅਨਾਉਂਸਮੈਂਟਾਂ ਹੋਣਗੀਆਂ ਇੱਥੇ ਇੱਕ ਆਪਣਾ ਸੰਕਟ ਖੜਾ ਹੋ ਸਕਦਾ। ਪਰ ਮੈਨੂੰ ਲੱਗਦਾ ਹੈ ਕਿ ਅਜੇ ਚੋਣਾਂ ਬੜੀ ਦੂਰ ਆ, ਦਸੰਬਰ 'ਚ ਨਾ ਆ ਜਾਣ ਫਿਰ ਤੇ ਬਹੁਤ ਛੇਤੀ ਆ ਜਾਣਗੀਆਂ। ਇਹ ਵੀ ਹੋ ਵੀ ਸਕਦਾ, ਉਹਦੀ ਵੀ ਪੋਸੀਬਿਲਿਟੀ ਹੈ। ਪਤਾ ਨਹੀਂ ਹੈ ਹੁਣ ਸੈਸ਼ਨ ਅਜੇ ਤੱਕ ਏਜੰਡਾ ਹੀ ਨਹੀਂ ਦੱਸ ਰਹੇ ਕਿ ਜਿਹੜਾ 5 ਦਿਨਾਂ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਉਹਦੇ 'ਚ ਏਜੰਡਾ ਹੈ ਕੀ। ਉਹ ਹੁਣ ਪਟਾਰੀ 'ਚੋਂ ਸੱਪ ਨਿਕਲੂਗਾ ਜਿਹਦੇ ਬੀ ਨਹੀਂ ਵੱਜੀ ਜਾਂਦੀ ਆ, ਕੀ ਉਹਦੇ 'ਚੋਂ ਨਿਕਲ ਕੇ ਕੀ ਬਾਹਰ ਆਉਂਦਾ। ਅੱਜ ਮੰਗ ਕੀਤੀ ਗਈ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਸਾਨੂੰ ਏਜੰਡਾ ਤੇ ਦੱਸੋ ਯਾਰ, ਤੁਸੀਂ ਰੌਲਾ ਪਾਇਆ ਹੈ ਕਿ ਅਸੀਂ 5 ਦਿਨ ਸੈਸ਼ਨ ਕਰਨਾ, ਸਪੈਸ਼ਲ ਸੈਸ਼ਨ ਕਰਨਾ। ਜੇ ਉਹਦੇ 'ਚ ਕੋਈ ਇਹੋ ਜਿਹੀ ਗੱਲ ਨਿਕਲ ਕੇ ਆ ਜਾਂਦੀ ਹੈ ਕਿ ਵੋਟਾਂ ਅਸੀਂ ਛੇਤੀ ਪਾਉਣੀਆਂ ਜਾਂ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਏਜੰਡਾ ਆ ਜਾਂਦਾ ਤਾਂ ਫਿਰ ਉਹ ਹੋ ਸਕਦਾ ਕਿ ਇਹਨਾਂ ਨੂੰ ਇਸ ਗੱਲ ਦੇ ਸੁਲਝਾਉਣ ਦਾ ਵੀ ਟਾਈਮ ਨਾ ਲੱਗੇ ਤੇ ਉਲਝਣ ਦੇ ਵਿੱਚ ਫਸਿਆ ਰਹੇ ਪੰਜਾਬ। ਹਾਲ ਦੀ ਘੜੀ ਤੇ ਇਹ ਉਲਝਿਆ ਹੋਇਆ ਹੀ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਸੀਟ ਸ਼ੇਅਰਿੰਗ ਦਾ ਮਾਮਲਾ ਉਲਝਿਆ ਹੋਇਆ ਹੀ ਲੱਗ ਰਿਹਾ। ਪ੍ਰੋਫੈਸਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਤੇ ਇਹਦੇ ਵਿੱਚ ਕੋਈ ਏਜੰਡਾ ਵੀ ਨਹੀਂ ਦੱਸ ਰਹੇ ਤੇ ਦੂਸਰੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਦੀਆਂ ਜਿਹੜੀ ਮੀਟਿੰਗ ਹੋਈ ਆ ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਚਾਲੀਸਾ ਸੁਣਨ ਨਹੀਂ ਜਾਵਾਂਗੇ। ਪ੍ਰੋਫੈਸਰ ਸਾਹਿਬ ਮੋਦੀ ਚਾਲੀਸਾ ਤੋਂ ਉਹਨਾਂ ਦਾ ਕੀ ਮਤਲਬ ਆ? ਨਹੀਂ ਦੇਖੋ, ਹਨੂੰਮਾਨ ਚਾਲੀਸਾ ਹੈਗਾ ਆ, ਉਹ ਤੇ ਆਪਾਂ ਜਾਣਦੇ ਆ, ਇੱਕ ਸੰਸਕਾਰ ਹੈਗੇ ਆ ਉਹਨਾਂ ਦੇ ਵਿੱਚ, ਉਹ ਪੜ੍ਹਿਆ ਜਾਂਦਾ। ਕਈਆਂ ਇਹੋ ਜਿਹਾ ਵਿਸ਼ਵਾਸ ਵੀ ਆ ਕਿ ਜੇ ਤੁਸੀਂ ਪੜ੍ਹੋਗੇ ਬਹੁਤ ਸਾਰੇ ਤੁਹਾਨੂੰ ਘਰ ਦੇ ਵਿੱਚ ਉਲਝਣਾ ਦੂਰ ਹੁੰਦੀਆਂ, ਤੁਹਾਡੀਆਂ ਮਾਨਸਿਕ ਉਲਝਣਾ ਦੂਰ ਹੁੰਦੀਆਂ, ਫਲਾਨਾ। ਹਰ ਇੱਕ ਧਰਮ ਦੇ ਵਿੱਚ ਜਿਸ ਕਿਸਮ ਦਾ ਆਪੋ ਆਪਣਾ ਇੱਕ ਵਿਸ਼ਵਾਸ ਦਾ ਸਿਸਟਮ ਹੈਗਾ, ਉਹ ਇਹਦੇ ਬਾਰੇ ਹੈ। ਤੇ ਉਹ ਹੁਣ ਚਾਹੀਦਾ ਹਨੂੰਮਾਨ ਤੇ ਉਹਨਾਂ ਨੇ ਬਣਾਇਆ ਆ ਅਮਿਤ ਸ਼ਾਹ ਨੂੰ। ਅਸਲ 'ਚ ਉਹ ਤੇ ਹੈਗੇ ਆ ਵੱਡੇ ਆਪਣੇ ਲੀਡਰ, ਪ੍ਰਧਾਨ ਮੰਤਰੀ ਹੈਗੇ ਆ ਤੇ ਸਾਰੇ ਕੰਮ ਤੇ ਇਹਨਾਂ ਰਾਹੀਂ ਕੀਤੇ ਜਾਂਦੇ ਆ। ਤੇ ਹੁਣ ਪਤਾ ਨਹੀਂ ਉਹ ਕਿਹਨੂੰ ਜਿਹੜਾ ਮੋਦੀ ਚਾਲੀਸਾ ਜਾਂ ਇਸ ਕਿਸਮ ਦਾ ਅਸੀਂ ਨਹੀਂ ਸੁਣ ਜਾਵਾਂਗੇ, ਉਹਨਾਂ ਨੇ ਕੀ ਸੋਚ ਕੇ ਕਿਹਾ। ਪਰ ਉਹ ਗੱਲ ਇਹੀ ਹੈ ਕਿ ਜਿਹੜਾ ਉੱਥੇ ਮੋਦੀ ਅੰਦਰ ਹੁੰਦਾ, ਮੋਦੀ ਤੋਂ ਬਗੈਰ ਸਾਡਾ ਦੇਸ਼ ਹੈ ਬਚ ਹੀ ਨਹੀਂ ਸਕਦਾ। ਇਹ ਮੋਦੀ ਹੀ ਹੈ ਜਿਹੜਾ ਸਾਰੇ ਦੇਸ਼ ਦਾ ਬੋਝ ਚੁੱਕੀ ਫਿਰਦਾ, ਧਰਤੀ ਹੇਠਲਾ ਬੌਲਦ। ਹੁਣ ਮੋਦੀ ਸਾਨੂੰ ਲੱਭਿਆ ਤੇ ਇਹਦੇ ਤੇ ਮੋਢਿਆਂ ਤੇ ਰੱਖ ਕੇ ਅਸੀਂ ਸਾਰਾ ਦੇਸ਼, ਉਹ ਐਟਲਸ ਹੁੰਦਾ ਸੀ ਨਾ, ਸਾਨੂੰ ਮੋਢਿਆਂ ਤੇ ਚੱਕਿਆ ਹੁੰਦਾ ਸਾਰਾ ਦਿਖਾਉਂਦੇ ਹੁੰਦੇ ਸੀਗੇ ਵੀ ਇਹ ਧਰਤੀ ਤੇ ਹੁਣ ਇੰਨੀ ਚੱਕੀ ਹੋਈ ਆ। ਉਸ ਕਿਸਮ ਦਾ ਅਸੀਂ ਨਹੀਂ ਸੁਣ ਜਾਣਾ, ਅਸੀਂ ਉੱਥੇ ਮੁੱਦਿਆਂ ਤੇ ਗੱਲ ਕਰਾਂਗੇ। ਔਰ ਸਾਨੂੰ ਅਜੇ ਤੱਕ ਏਜੰਡਾ ਕਲੀਅਰ ਹੀ ਨਹੀਂ ਕੀਤਾ ਜਾਂਦਾ। ਕੱਲ੍ਹ ਮੀਟਿੰਗ ਹੋਈ ਹੈ ਨਾ ਸਾਰੀਆਂ ਵਿਰੋਧੀ ਪਾਰਟੀਆਂ ਦੀ ਉਹਦੇ ਵਿੱਚ, ਔਰ ਉਹਨਾਂ ਨੇ ਕਾਫੀ ਪਾਰਟੀਆਂ ਆਈਆਂ ਹੋਈਆਂ ਸੀਗੀਆਂ, ਜਿਹੜਾ ਮਲਕਾਰਜਨ ਖੜਗੇ ਦੀ ਪ੍ਰਧਾਨਗੀ 'ਚ ਹੋਈ ਹੈ। ਤੇ ਉਹਨਾਂ ਨੇ ਆਉਣ ਵਾਲੇ ਸਮੇਂ 'ਚ 13 ਤਰੀਕ ਨੂੰ ਫਲੋਰ ਦੀ ਸਟ੍ਰੈਟਜੀ ਵੀ ਬਣਾਈ ਜਾਊਗੀ ਕਿ ਕਿਵੇਂ ਅਸੀਂ ਉੱਥੇ ਜਦੋਂ ਪੇਸ਼ ਹੋਣਾ ਤੇ ਕਿਹਨੇ ਕੀ ਮੁੱਦੇ ਕਿਵੇਂ ਕਰਨੇ, ਕਿਹੜੀ ਪਾਰਟੀ ਕੀ ਰੇਜ਼ ਕਰੂਗੀ, ਉਹ ਵੀ ਹੋਊਗਾ ਕੋਆਰਡੀਨੇਸ਼ਨ, ਫਲੋਰ ਕੋਆਰਡੀਨੇਸ਼ਨ। ਪਰ ਅੱਜ ਦੀ ਤਰੀਕ ਦੇ ਵਿੱਚ ਵਿਰੋਧੀ ਪਾਰਟੀਆਂ ਵੀ ਆਪਣਾ ਤੇਲ ਤੂਲ ਮਲ ਕੇ ਮੈਦਾਨ ਦੇ ਵਿੱਚ ਉਤਰ ਰਹੀਆਂ ਕਿ ਠੀਕ ਹੈ ਜੀ ਇਹਨਾਂ ਨੇ ਰੱਖਣਾ ਤੇ ਫਿਰ ਅਸੀਂ ਵੀ ਤਿਆਰ ਹਾਂ, ਆ ਜਾਓ। ਅਸੀਂ ਮੋਦੀ ਸਰਕਾਰ ਨੂੰ ਮੁੱਦਿਆਂ ਤੇ ਘੇਰਾਂਗੇ, ਨਾ ਕਿ ਅਸੀਂ ਸਿਰਫ ਕਦੀ ਇੱਧਰ ਦੀ ਉਲਝਣ ਪਾਤੀ, ਕਦੀ ਇੰਡੀਆ ਆ ਕਿ ਇਹ ਭਾਰਤ ਆ ਜਾਂ ਇਹ ਇੱਥੇ ਇਲੈਕਸ਼ਨ ਸਾਰੀਆਂ ਇਕੱਠੀਆਂ ਕਰਨੀਆਂ, ਜਾਂ ਇਹੋ ਜਿਹੇ ਕੋਈ ਨਾ ਕੋਈ ਨਵੇਂ ਤੋਂ ਨਵਾਂ ਸਗੂਫਾ ਲਿਆਂਦਾ ਜਾਂਦਾ ਜਿਹੜਾ ਕਿ ਧਿਆਨ ਭੜਕਾ ਕੇ ਅਸਲੀ ਮੁੱਦਿਆਂ ਦੇ ਉੱਤੋਂ ਜਿਹੜਾ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਤੁਸੀਂ ਹਟਾ ਕੇ ਟਾਈਮ ਪਾਸ ਕਰਦੇ ਰਹਿੰਦੇ, ਉਹ ਅਸੀਂ ਨਹੀਂ ਆਉਣ ਦੇਵਾਂਗੇ। ਉਹ ਆਪਣੇ ਬਿੱਲ ਲੈ ਕੇ ਆਉਣਗੇ, ਪਤਾ ਨਹੀਂ ਕਿਹੜੇ ਬਿੱਲ ਆਉਣਗੇ, ਕੀ ਆਉਂਦਾ ਕੀ ਅਜੇ ਤੇ ਏਜੰਡਾ ਸਾਹਮਣੇ ਨਹੀਂ ਹੈਗਾ। ਪਰ ਅਸੀਂ ਉਹਨਾਂ ਨੂੰ ਘੇਰ ਕੇ, ਵਿਰੋਧੀ ਪਾਰਟੀਆਂ ਕਹਿ ਰਹੀਆਂ ਆ ਕਿ ਅਸੀਂ ਉਹਨਾਂ ਨੂੰ ਘੇਰ ਕੇ ਅਸੀਂ ਆਪਣੇ ਮੁੱਦਿਆਂ ਤੇ ਜਿਹੜੇ ਲੋਕਾਂ ਦੇ ਮੁੱਦੇ ਆ ਉਹਦੇ ਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਾਂਗੇ। ਜੀ ਪ੍ਰੋਫੈਸਰ ਸਾਹਿਬ, ਇਸ ਤੋਂ ਇਲਾਵਾ ਆਪਾਂ ਦੇਖੀਏ ਕਿ ਮਨੀਪੁਰ ਦੇ ਵਿੱਚ ਲਗਭਗ 3-4 ਮਹੀਨੇ ਹੋ ਗਏ ਨੇ ਕਿ ਬਹੁਤ ਜ਼ਿਆਦਾ ਉੱਥੇ ਦਿਨੋਂ ਦਿਨ ਜਿਹੜੀ ਸਥਿਤੀ ਆ ਵਿੱਚ ਦੀ ਥੋੜੀ ਥੰਮ ਗਈ ਸੀ, ਦੁਬਾਰਾ ਫਿਰ ਉਹ ਸਥਿਤੀ ਹੋ ਰਹੀ ਆ। ਕਈ ਸ਼ਹਿਰਾਂ ਦੇ ਵਿੱਚ ਦੁਬਾਰਾ ਤੋਂ ਕਰਫਿਊ ਲਗਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ 10 ਕੁਕੀਜ਼ ਜਿਹੜੀ ਫੈਮਿਲੀਜ਼ ਹੈਗੀ ਸੀ ਉਹਨਾਂ ਨੂੰ ਇੰਫਾਲ ਦੇ ਵਿੱਚੋਂ ਰੈਸਕਿਊ ਕੀਤਾ ਗਿਆ ਸੀ। ਤੇ 4-5 ਦਿਨ ਪਹਿਲਾਂ ਮੋਦੀ ਦੇ ਪ੍ਰਧਾਨ ਮੰਤਰੀ ਦੇ ਬਿਆਨ ਆਏ ਸੀ ਕਿ ਸਾਡੇ ਦੇਸ਼ ਦੇ ਵਿੱਚ ਫਿਰਕਾ ਪ੍ਰਸਤੂ ਤੇ ਰਾਜਨੀਤੀ ਨਹੀਂ ਹੈਗੀ, ਕੋਈ ਜਾਤ ਪਾਤ ਨਹੀਂ ਹੈਗੀ। ਪਰ ਇਸ ਦੇ ਬਾਵਜੂਦ ਆਪਾਂ ਦੇਖੀਏ ਕਿ ਯੂਨਾਈਟਿਡ ਨੇਸ਼ਨ ਨੇ ਵੀ ਆਪਣੇ ਇੱਕ ਬਿਆਨ ਦਿੱਤੇ ਨੇ, ਉਹਨਾਂ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ। ਪ੍ਰੋਫੈਸਰ ਸਾਹਿਬ, ਕੀ ਹਾਲਾਤ ਨੇ ਮਨੀਪੁਰ ਦੇ? ਇਸੇ ਤਰੀਕੇ ਨਾਲ ਜਿਸ ਤਰ੍ਹਾਂ ਕਸ਼ਮੀਰ ਦਾ ਮਾਮਲਾ ਇੰਨਾ ਇੰਟਰਨੈਸ਼ਨਲ ਬਣ ਗਿਆ ਸੀਗਾ, ਹੁਣ ਉਹ ਮਨੀਪੁਰ ਦਾ ਮਾਮਲਾ ਵੀ ਇੰਟਰਨੈਸ਼ਨਲ ਬਣਦਾ ਜਾ ਰਿਹਾ ਆ। ਕਿਵੇਂ ਬਣਦਾ ਜਾ ਰਿਹਾ? ਕਿਉਂਕਿ ਜਦੋਂ
ਇਹ ਯੂਰਪੀਅਨ ਪਾਰਲੀਮੈਂਟ ਵਿੱਚ ਮੁੱਦਾ ਉਠਾਇਆ ਜਾਂਦਾ। ਜੀ। ਤੇ ਉਹ ਯੂਰਪ ਦੇ ਵਿੱਚ ਕਿੰਨੇ ਦੇਸ਼ ਹੈਗੇ ਆ EU ਦੇ ਜਿਹੜੇ ਆ, ਤਾਂ ਕੁਦਰਤੀ ਹੈ ਕਿ ਉਹਨਾਂ ਦੇ ਯੂਨਾਈਟਿਡ ਨੇਸ਼ਨ ਦੇ ਰਾਹੀਂ ਉਹ ਉੱਥੇ ਲੋਕ ਆਏ ਸੀਗੇ, ਉਹਨਾਂ ਦੇ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਆ ਕੇ ਸਰਵੇ ਕੀਤਾ। ਜੋ ਅਖਬਾਰਾਂ 'ਚ ਰਿਪੋਰਟਾਂ ਸੀ ਹੋਰ ਸੀ ਉਹ ਤੇ ਇੱਕ ਪਾਸੇ ਰਹੀਆਂ, ਉਹਨਾਂ ਨੇ ਖੁਦ ਜਾ ਕੇ ਦੇਖਿਆ ਕਿ ਕੀ ਕਿਹਦਾ ਕਿੰਨਾ, ਕਿਸ ਬਰਾਦਰੀ ਦਾ, ਕਿਸ ਧਰਮ ਦਾ, ਕਿਸ ਜਾਤੀ ਦਾ, ਕਿੰਨਾ ਲੋਕਾਂ ਦਾ, ਮੈਤਈ ਦਾ ਹੋਇਆ ਜਾਂ ਕੁੱਕੀਜ਼ੋ ਦਾ ਹੋਇਆ, ਕਿਹਦਾ ਕੀ ਨੁਕਸਾਨ ਹੋਇਆ। ਤੇ ਉਹਨਾਂ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਬਹੁਤ ਬੁਰੇ ਤਰੀਕੇ ਨਾਲ ਹਨਨ ਹੋਇਆ। ਔਰ ਇਹ ਗੱਲ ਜਦੋਂ ਕੋਈ ਵੀ ਸਾਡੇ ਦੇਸ਼ ਦਾ ਅੱਗੇ ਵੀ ਜਦੋਂ ਵੀ ਹਿਊਮਨ ਰਾਈਟਸ ਦੀ ਕੋਈ ਵੀ ਰਿਪੋਰਟ ਆਉਂਦੀ ਆ, ਸਾਡੇ ਆਊਟਰਾਈਟਲੀ ਉਸ ਨੂੰ ਕਾਂਟਾ ਫੇਰਤਾ ਜਾਂਦਾ, ਆਊਟਰਾਈਟਲੀ ਕਹਿਤਾ ਜਾਂਦਾ ਨਹੀਂ ਇਹ ਤੇ ਬਹੁਤ ਕੁਛ ਵੀ ਇਹਦਾ ਮਤਲਬ ਨਹੀਂ ਹੈ, ਐਵੇਂ ਗੱਪਾਂ ਮਾਰੀਆਂ ਹੋਈਆਂ, ਇਹਦੀ ਕੋਈ ਤੁਕ ਨਹੀਂ ਹੈਗਾ, ਇਹ ਸਾਰੀ ਗੱਲ ਝੂਠੀ ਆ, ਇਹ ਸਾਡੇ ਤੇ ਲਾਗੂ ਜ਼ਬਰਦਸਤੀ ਕੋਈ ਜਾਣੀ ਕੋਈ ਇਹੋ ਜਿਹੀ ਬਿਆਨਬਾਜ਼ੀ ਸਾਡੇ ਤੇ ਇਹੋ ਜਿਹੀ ਖੋਜਬੀਨ ਜਿਹੜੀ ਆ ਇਹ ਅਸਲ 'ਚ ਧਰਾਤਲ ਦੇ ਨਾਲ ਜੁੜੀ ਹੋਈ ਤੱਥਾਂ ਦੇ ਬਿਲਕੁਲ ਵਿਪਰੀਤ ਆ। ਇਹੋ ਜਿਹਾ ਸਰਕਾਰ ਦਾ ਉਹਨਾਂ ਦੇ ਪ੍ਰਤੀ ਇੱਕ ਹੁਣੇ ਆਇਆ ਵਿਰੋਧ ਆਈ ਆ, ਰੋਸ ਆਇਆ ਇੰਝ ਕਹਿ ਲਓ। ਪਰ ਤੁਸੀਂ ਚਲੋ ਇਹ ਤੇ ਕਹਿ ਦਿੱਤਾ ਯੂਨਾਈਟਿਡ ਨੇਸ਼ਨ ਏਜੰਸੀ ਉਹਨਾਂ ਦਾ, ਵੈਸੇ ਤਾਂ ਮੈਂ ਗਿਆ ਸੀਗਾ ਕਸ਼ਮੀਰ ਸ਼੍ਰੀਨਗਰ, ਉੱਥੇ UN ਦਾ ਦਫ਼ਤਰ ਵੀ ਹੈਗਾ ਪ੍ਰੋਪਰ, ਉਹ ਜਿਹੜੇ ਕਿ ਮੋਨੀਟਰ ਕਰਦੇ ਆ ਲਗਾਤਾਰ ਕਿਸ ਤਰ੍ਹਾਂ। ਮੈਨੂੰ ਤਾਂ ਇਹ ਵੀ ਡਰ ਰਿਹਾ ਕਿ ਕਿਤੇ ਮਨੀਪੁਰ ਦੇ ਵਿੱਚ ਵੀ ਯੂਨਾਈਟਿਡ ਨੇਸ਼ਨ ਆਪਣਾ ਕੋਈ ਮੋਨੀਟਰਿੰਗ ਦਫ਼ਤਰ ਨਾ ਖੋਲ੍ਹ ਦੇ। ਇਹੋ ਜਿਹੇ ਹਾਲਾਤ ਬਣਦੇ ਜਿਸ ਤਰੀਕੇ ਨਾਲ ਗਲੋਬਲਾਈਜੇਸ਼ਨ ਇਸ਼ੂ ਦੀ ਨਜ਼ਰ ਆ ਰਹੀ ਹੈ। ਪ੍ਰੋਫੈਸਰ ਸਾਹਿਬ, ਜਦੋਂ ਵੀ ਕਿਸੇ ਬਾਹਰਲੀ ਏਜੰਸੀ ਨੇ, ਯੂਰਪੀਅਨ ਯੂਨੀਅਨ ਨੇ ਵੀ ਪਹਿਲਾਂ ਕੀਤੀ ਸੀ, ਫਰਾਂਸ ਵਿੱਚ ਵੀ ਡਿਸਕਸ ਹੋਇਆ ਸੀ, ਬਰਾਕ ਓਬਾਮਾ ਨੇ ਵੀ ਇਹ ਕਿਹਾ ਸੀ ਕਿ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਉਹ ਸੁਰੱਖਿਅਤ ਨਹੀਂ ਹੈਗੇ। ਤੇ ਪਿਛਲੇ ਦਿਨਾਂ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੋਦੀ ਨੇ ਕਿਹਾ ਸੀ ਕਿ ਸਾਡੇ ਦੇਸ਼ ਦੇ ਸਭ ਕੁਝ ਸਹੀ ਸਲਾਮਤ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜਿਹੜੀ ਉਹ G20 ਦੀ ਜਿਹੜੀ ਮੀਟਿੰਗ ਹੋ ਰਹੀ ਆ, ਸੰਮੇਲਨ ਹੋ ਰਿਹਾ, ਸ਼ਾਇਦ ਉਹਦੇ ਕਰਕੇ ਮੋਦੀ ਨੇ ਕਿਹਾ ਸੀ। ਪਰ ਦੂਜੇ ਪਾਸੇ ਆਪਾਂ ਦੇਖਿਆ ਜਾਵੇ ਕਿ ਯੂਨਾਈਟਿਡ ਨੇਸ਼ਨ ਤਾਂ ਬਹੁਤ ਦੂਰ ਬੈਠਾ, ਇੱਥੋਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਇੱਥੋਂ ਜਿਹੜਾ ਮੀਡੀਆ ਦੇ ਵਿੱਚ, ਪਹਿਲੀ ਗੱਲ ਤਾਂ ਮੀਡੀਆ ਨੂੰ ਜ਼ਿਆਦਾਤਰ ਸਰਕਾਰ ਨੇ ਖਰੀਦਿਆ ਹੋਇਆ, ਕੋਈ ਮੀਡੀਆ ਵਾਲਾ ਜਾਂਦਾ ਨਹੀਂ। ਅਗਰ ਕੋਈ ਗਿਆ ਉੱਥੇ ਮੀਡੀਆ ਨੇ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਮੀਡੀਆ ਦੇ ਉੱਤੇ ਵੀ ਉੱਥੇ ਹਮਲਾ ਹੋਇਆ। ਪ੍ਰੋਫੈਸਰ ਸਾਹਿਬ, ਕੁਝ ਮੀਡੀਆ ਪਰਸਨ ਦੇ ਉੱਤੇ FIR ਕੀਤੀ ਗਈ ਆ, ਉਹ ਕਿਹੜੇ ਨੇ? ਦੇਖੋ ਇੱਥੇ ਹੈਗਾ ਆ ਐਡੀਟਰਸ ਗਿਲਡ ਆਫ ਇੰਡੀਆ ਜੀ, EGI ਉਹਨੂੰ ਕਹਿੰਦੇ ਆ। ਉਹ ਇੱਕ ਬੜਾ ਪਾਵਰਫੁਲ ਬਾਡੀ ਹੈ, ਉਹਨਾਂ ਦੀ ਇੱਕ ਆਪਣੀ ਜਿਵੇਂ ਜਰਨਲਿਸਟਾਂ ਦੀ ਯੂਨੀਅਨ ਹੁੰਦੀ ਆ ਜਾਂ ਹੋਰ ਨਾ ਪੱਤਰ ਪ੍ਰੇਰਕਾਂ ਦੀ ਹੈ, ਇਸ ਤਰੀਕੇ ਨਾਲ ਐਡੀਟਰਸ ਗਿਲਡ ਆਫ ਇੰਡੀਆ ਹੈ। ਕੋਈ ਵੀ ਮੀਡੀਆ ਨਾਲ ਧੱਕਾ ਹੁੰਦਾ ਜਾਂ ਮੀਡੀਆ ਦੇ ਨਾਲ ਊਚ ਨੀਚ ਹੁੰਦਾ ਤੇ ਉਹ ਆਪਣਾ ਆ ਕੇ ਇਸ ਗੱਲ ਦਾ ਜਵਾਬ ਵੀ ਕਰਦੇ, ਇੰਟਰਵੀਨ ਵੀ ਕਰਦੇ ਆ, ਸਰਕਾਰ ਨੂੰ ਰਿਪਰੈਜ਼ੈਂਟ ਵੀ ਕਰਦੇ ਆ। ਇਹ ਉਹਨਾਂ ਦਾ ਮਕਸਦ ਹੈਗਾ ਐਡੀਟਰਸ ਗਿਲਡ ਆਫ ਇੰਡੀਆ ਦਾ, ਕਿਉਂਕਿ ਉਹਨਾਂ ਨੂੰ ਵੀ ਸ਼ੱਕ ਸੀ ਕਿ ਖਬਰ ਪੂਰੀ ਬਾਹਰ ਨਹੀਂ ਆ ਰਹੀ। ਉਹਨਾਂ ਨੇ ਆਪਣੀ ਇੱਕ ਕਮੇਟੀ ਭੇਜੀ ਕਿ ਜਾ ਕੇ ਧਰਾਤਲ ਤੇ ਮਣੀਪੁਰ ਦੇ ਵਿੱਚ ਜਾ ਕੇ ਦੇਖ ਕੇ ਆਓ ਕਿ ਕੀ ਅਸਲੀਅਤ ਸਾਡੇ ਤੱਕ ਪਹੁੰਚ ਰਹੀ ਹੈ, ਰਿਪੋਰਟਿੰਗ ਹੋ ਰਹੀ ਹੈ ਪ੍ਰੋਪਰ ਕਿ ਨਹੀਂ ਹੋ ਰਹੀ। ਤੇ ਉਹਨਾਂ ਦੀ ਕਮੇਟੀ ਜਿਹੜੀ ਉੱਥੇ ਗਈ 3 ਬੰਦਿਆਂ ਦੀ, ਉਹਨਾਂ ਨੇ ਇਹ ਪਾਇਆ ਕਿ ਉੱਥੇ ਦਾ ਮੀਡੀਆ ਨੂੰ ਵੀ ਬਹੁਤ ਪੱਖਪਾਤੀ ਢੰਗ ਦੇ ਨਾਲ ਰੱਖਿਆ ਜਾ ਰਿਹਾ ਆ, ਉਹ ਦਬਾਅ 'ਚ ਕੰਮ ਕਰ ਰਿਹਾ, ਜਾਂ ਮੀਡੀਆ ਦੇ ਵਿੱਚ ਲੋਕ ਹੀ ਇਹੋ ਜਿਹੇ ਭਰਤੀ ਕਰ ਲਏ ਆ ਕਿ ਜਿਹੜੇ ਬਿਲਕੁਲ ਹੀ ਖਬਰ ਨੂੰ ਸਕਟਲ ਕਰ ਰਹੇ ਆ। ਹੁਣ ਮੈਤੀ ਕਮਿਊਨਿਟੀ ਇੱਕ ਮੈਜੋਰਿਟੀ ਕਮਿਊਨਿਟੀ ਹੈ, ਤੇ ਜੇ ਤੁਸੀਂ ਉਹਨਾਂ ਦੇ ਹੱਕ 'ਚ ਹੀ ਮੀਡੀਆ ਸਾਰਾ ਲਿਖੀ ਜਾਂਦਾ, ਦੂਜਿਆਂ ਦੀ ਜਿਹੜੀ ਦੁੱਖ ਦਰਦ ਜਾਂ ਉਹਨਾਂ ਦੀ ਤਕਲੀਫ ਜਾਂ ਉਹਨਾਂ ਦੇ ਉੱਤੇ ਜੋ ਉਹਨਾਂ ਦਾ ਨੁਕਸਾਨ ਹੋਇਆ ਉਸ ਨੂੰ ਰਿਪੋਰਟਿੰਗ ਨਹੀਂ ਹੋ ਰਹੀ, ਤਾਂ ਫਿਰ ਇੱਕ ਮੀਡੀਆ ਦਾ ਪੱਖਪਾਤੀ ਤੁਹਾਨੂੰ ਸਾਫ਼-ਸਾਫ਼ ਨਜ਼ਰ ਆਉਂਦਾ ਰਵੱਈਆ ਉੱਥੇ। ਉਸ ਨੂੰ ਉਹਦੀ ਤਹਿਕੀਕਾਤ ਕਰਨ ਲਈ ਕਿ ਵਾਕਿਆ ਜੋ ਮੀਡੀਆ ਦਾ ਇੱਕ ਵਾਚਡੌਗ ਦੇ ਤੌਰ ਤੇ ਕੰਮ ਆ ਕਿ ਉੱਥੇ ਹੋ ਰਿਹਾ, ਤਾਂ ਉਹਨਾਂ ਦੀ ਰਿਪੋਰਟ ਨੇ ਵੀ ਇਹੋ ਹੀ ਪਾਇਆ। ਜਿੱਥੇ ਯੂਨਾਈਟਿਡ ਨੇਸ਼ਨ ਦੀ ਹਿਊਮਨ ਰਾਈਟਸ ਜਿਹੜੀ ਵਾਇਲੇਸ਼ਨ ਉਹਨਾਂ ਨੇ ਨੋਟ ਕੀਤੀ, ਇੱਥੇ ਇਹਨਾਂ ਨੇ ਮੀਡੀਆ ਦਾ ਨੋਟ ਕੀਤਾ। ਇਹ ਤੇ ਆਪਣਾ ਆ, ਇਹ ਤੇ ਕੋਈ ਬਾਹਰ ਦਾ ਨਹੀਂ ਹੈ। ਇਲੈਕਸ਼ਨ ਗਿਲਡ ਆਫ ਇੰਡੀਆ ਤੇ ਆਪਣਾ ਆ ਨਾ। ਬਿਲਕੁਲ, ਉਹਨਾਂ ਨੇ ਵੀ ਇਹੋ ਗੱਲ ਪਾਈ ਕਿ ਨਹੀਂ ਮੀਡੀਆ ਦੇ ਵਿੱਚ ਜਿਹੜੀ ਅਸਲੀਅਤ ਆਉਣੀ ਚਾਹੀਦੀ ਸਾਰਿਆਂ ਦੇ ਪਾਸਿਓਂ, ਸਾਰਿਆਂ ਦੀ ਬਰਾਬਰਤਾ ਦੇ ਹਿਸਾਬ ਨਾਲ ਜੋ ਨੁਕਸਾਨ ਹੋਇਆ ਅਸਲੀਅਤ ਬਾਹਰ ਆਉਣੀ ਚਾਹੀਦੀ, ਉਹ ਰਿਪੋਰਟਿੰਗ ਨਹੀਂ ਕੀਤੀ ਜਾ ਰਹੀ। ਤੇ ਜਿਹੜੀ ਉੱਥੇ ਦੀ ਸਰਕਾਰ ਉਹਨਾਂ ਨੇ ਕੀ ਕੀਤਾ ਕਿ ਜਿਹੜੇ 3 ਬੰਦੇ ਗਏ ਉਹਨਾਂ ਤੇ ਇੱਥੋਂ ਇਲੈਕਸ਼ਨ ਗਿਲਡ ਆਫ ਇੰਡੀਆ ਦੇ ਪ੍ਰਧਾਨ ਦੇ ਉੱਤੇ FIR ਦਰਜ ਕਰ ਦਿੱਤੀ ਹੈ ਕਿ ਇਹ ਗਲਤ ਬਿਆਨਬਾਜ਼ੀ ਕਰ ਰਿਹਾ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜੇ ਇਲੈਕਸ਼ਨ ਐਡੀਟਰਸ ਗਿਲਡ ਆਫ ਇੰਡੀਆ ਉਹ ਵੀ ਝੂਠ ਬੋਲਣ ਦਾ ਜਾਂ ਉਹਨਾਂ ਨੂੰ ਵੀ ਤੁਸੀਂ ਕਟਹਿਰੇ 'ਚ ਖੜਾ ਕਰਨ ਦੀ ਹਿੰਮਤ ਕਰਦੇ ਆ, ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਮਾੜਾ ਮੋਟਾ ਮੀਡੀਆ ਲੋਕ ਆਵਾਜ਼ ਨੂੰ ਸਾਹਮਣੇ ਲਿਆ ਰਿਹਾ, ਉਹਦਾ ਖਤਰਾ ਤੇ ਬਣਿਆ ਕਿ ਉਹ ਵੀ
ਬੰਦ ਹੋਣ ਦੇ ਕਦਾਰ ਤੇ ਪਹੁੰਚਾਇਆ। ਮੈਨੂੰ ਇਸ ਗੱਲ ਦੀ ਬੜੀ ਇੱਕ ਸ਼ੰਕਾ ਲੱਗ ਰਹੀ ਹੈ ਜੀ। ਪਰ ਸਾਹਿਬ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਿ ਪੰਜਾਬ ਦੀ, ਆਪਾਂ ਇਲੈਕਸ਼ਨ ਦੀ ਵਾਰ-ਵਾਰ ਗੱਲ ਕਰਦੇ ਹਾਂ, ਇੰਡੀਆ ਅਲਾਈਅੰਸ ਬਣਿਆ, ਉਸ ਤੋਂ ਬਾਵਜੂਦ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਦਲ ਸਰਕਾਰ ਆ ਉਹਨੇ ਵੀ ਉਸ ਅਲਾਈਅੰਸ ਦਾ ਹਿੱਸਾ ਨਹੀਂ ਹੈਗੇ। ਉਹ ਦੂਸਰੀ ਸਾਈਡ ਤੇ ਮਾਇਆਵਤੀ ਬੀਐਸਪੀ ਸੁਪਰੀਮੋ ਨੇ, ਉਹ ਵੀ ਉਹਦਾ ਕਹਿੰਦੇ ਨੇ ਅਸੀਂ ਇਕੱਲੇ ਚੋਣ ਲੜਾਂਗੇ। ਤੇ ਇੱਕ ਗੱਲ ਹੋਰ ਆ ਰਹੀ ਹੈ ਪੰਜਾਬ ਦੀ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਹਮੇਸ਼ਾ ਹੀ ਭਾਰਤ ਦੇ ਦੂਜੇ ਸੂਬਿਆਂ ਨਾਲੋਂ ਅਲੱਗ ਤੌਰ ਤੇ ਸੋਚਦਾ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ, ਤੇ ਉਹਨਾਂ ਦੇ ਖਿਲਾਫ ਜਿਹੜਾ ਇੰਟਰਨਲ ਜਿਹੜਾ ਇੱਕ ਹੈਗਾ ਕਿ ਉਹ ਜਿਹੜੀਆਂ ਬੀਬੀਆਂ ਸੀ ਅਕਾਲੀ ਦਲ ਦੀਆਂ, ਉਹਨਾਂ ਨੇ ਬਗਾਵਤ ਕੀਤੀ ਹੋਈ ਸੀ, ਉਹ ਦੁਬਾਰਾ ਤੋਂ ਬਗਾਵਤ ਦੇ ਜਿਹੜੇ ਸੁਰਾਂ ਫਿਰ ਤੇਜ਼ ਹੋ ਰਹੀਆਂ ਨੇ। ਪ੍ਰੋਫੈਸਰ ਸਾਹਿਬ ਉਹ ਕੀ ਮਾਮਲਾ ਹੈ? ਪਤਾ ਨਹੀਂ ਹੈ ਕਿਉਂ ਗਰੋਹ ਮਾੜੇ ਆਏ ਆ ਸ਼੍ਰੋਮਣੀ ਅਕਾਲੀ ਦਲ ਦੇ। ਉਹ ਜਦੋਂ ਕੋਈ ਚੰਗਾ ਕੰਮ ਵੀ ਕਰਦੇ, ਜਦੋਂ ਦਿਨ ਮਾੜੇ ਆ ਜਾਣ ਨਾ, ਉਹ ਵੀ ਪੁੱਠਾ ਪੈ ਜਾਂਦਾ ਜੀ। ਕਈ ਵਾਰੀ ਤੇ ਜਿਹੜਾ ਪੁੱਠਾ ਕੰਮ ਵੀ ਉਹ ਵੀ ਸਿੱਧਾ ਪੈ ਜਾਂਦਾ। ਜਿਸ ਤਰ੍ਹਾਂ ਕਹਿੰਦੇ ਕੁੱਬੇ ਦੇ ਲੱਤ ਮਾਰੀ, ਕਿਸੇ ਨੇ ਉਹਦਾ ਨੁਕਸਾਨ ਕਰਨਾ ਚਾਹਿਆ, ਉਹ ਸਿੱਧਾ ਹੋ ਗਿਆ, ਸਿੱਧਾ ਹੋ ਕੇ ਤੁਰਨ ਲੱਗ ਪਿਆ, ਉਹਨੂੰ ਠੀਕ ਆ ਗਈ। ਕਈ ਵਾਰੀ ਇੰਜ ਵੀ ਹੋ ਜਾਂਦਾ। ਹੁਣ ਇਹਨਾਂ ਦੀ ਹਾਲਤ ਵਿੱਚ ਹੈ ਕਿ ਉਹ ਜਿਹੜੀ ਬੀਬੀ ਹਰਗੋਬਿੰਦ ਕੌਰ ਹੈਗੀ ਹੈ, ਉਹ ਕਾਫੀ ਔਰਤਾਂ ਦੀ ਵੱਡੀ ਲੀਡਰ ਹੈਗੀ। ਉਹ ਮੇਰਾ ਖਿਆਲ ਹੈ ਮਨਰੇਗਾ ਵਰਕਰ ਜਾਂ ਹੋਰਨਾਂ ਦੇ ਕਈ ਕਿਸਮ ਦੇ ਵਰਕਰਾਂ ਦੇ ਉੱਤੇ ਉਹ ਕੁਛ ਉਹਨਾਂ ਦੀ ਇੱਕ ਯੂਨੀਅਨ ਵਗੈਰਾ ਹੈਗੀ ਹੈ। ਉਹ ਵੱਡੀ ਰੈਲੀ ਕੀਤੀ। ਇਹਨਾਂ ਨੂੰ ਲੱਗਾ ਕਿ ਇਹਦੇ ਥੱਲੇ ਤੱਕ ਦੇ ਜਿਹੜੇ ਵਰਕਰ ਹੈਗੇ ਉਹ ਕਾਫੀ ਇਹਨੂੰ ਫਾਲੋ ਕਰਦੇ ਆ, ਤੇ ਇਸ ਲਈ ਇਹ ਕਿਉਂਕਿ ਟ੍ਰੇਡ ਯੂਨੀਅਨਿਸਟ ਹੈਗੀ ਆ, ਆਪਾਂ ਹੋਵੇ ਨਾ ਤੇ ਅਕਾਲੀ ਦਲ ਦਾ ਜਿਹੜਾ ਇਸਤਰੀ ਵਿੰਗ ਆ ਇਹਨੂੰ ਪ੍ਰਧਾਨ ਬਣਾ ਦਿਓ, ਉਹਨੂੰ ਜੁਆਇਨ ਕਰਵਾ ਲਿਆ, ਉਹਨੂੰ ਪ੍ਰਧਾਨ ਬਣਾਤਾ। ਹੁਣ ਜਿਹੜੇ ਉਹਨਾਂ ਦੇ ਆਪਣੇ ਪੁਰਾਣੀਆਂ ਬੀਬੀ ਲਾਂਡਰਾਂ, ਪਰਮਜੀਤ ਕੌਰ ਲਾਂਡਰਾਂ ਜਾਂ ਹੋਰ ਪੁਰਾਣੇ ਕੋਈ ਮਾਸਟਰ ਤਾਰਾ ਸਿੰਘ ਦੇ ਜਾਂ ਹੋਰ ਕਈ ਜਾਣਦੇ ਪੁਰਾਣੇ ਜਿਹੜੀਆਂ ਬੀਬੀਆਂ ਨਾਲ ਕੰਮ ਕਰ ਰਹੀਆਂ ਸੀਗੀਆਂ ਅਕਾਲੀ ਦਲ ਦੇ, ਤੇ ਉਹਨਾਂ ਨੇ ਉਹ ਲਾਈਨ 'ਚ ਲੱਗੇ ਸੀ। ਸੀਨੀਅਰਿਟੀ ਹੁੰਦੀ ਹੈ, ਕੁਦਰਤੀ ਹੈ। ਉਹਨਾਂ ਨੂੰ ਲੱਗਾ ਕਿ ਸਾਨੂੰ ਅਚਾਨਕ ਹੀ ਧਰਾਤਲ ਤੇ ਸੁੱਟ ਦਿੱਤਾ, ਵੀ ਵਾਰੀ ਤੇ ਸਾਡੀ ਆਉਣੀ ਚਾਹੀਦੀ ਸੀ। ਇਹ ਕਿਸੇ ਨੂੰ ਵੀ ਬਾਹਰੋਂ ਲਿਆ ਕੇ, ਭਾਵੇਂ ਉਹਨਾਂ ਦਾ ਬਹੁਤ ਵੱਡਾ ਆਧਾਰ ਹੋਵੇ, ਰਾਜਨੀਤਿਕ ਫਾਇਦਾ ਵੀ ਵੱਡਾ ਹੋ ਸਕਦਾ, ਪਰ ਇਹ ਕੀ ਕੀਤਾ? ਇਹ ਪਿਛਲੇ 1 ਮਹੀਨੇ ਦੀ ਗੱਲ, ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਉਹਨਾਂ ਨੂੰ ਕਿਹਾ, ਜਿਹੜੇ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੁਣੀ, ਉਹਨਾਂ ਨੇ ਆਪਣੀਆਂ ਇਹਨਾਂ ਬੀਬੀਆਂ ਨੂੰ, ਜਿਹੜੀਆਂ ਪੁਰਾਣੀਆਂ ਉਹਨਾਂ ਦੀਆਂ ਲੀਡਰ ਸਾਹਿਬਾਨ ਹੈਗੀਆਂ, ਕਿ ਦੇਖੋ ਮੈਨੂੰ ਹਫ਼ਤਾ 2 ਹਫ਼ਤੇ ਦਿਓ, ਆਪਾਂ ਇਹਦਾ ਮਸਲੇ ਦਾ ਹੱਲ ਕੱਢ ਲੈਂਦੇ। ਉਹਨੂੰ ਹੋ ਗਿਆ ਹੁਣ ਮਹੀਨਾ, ਅਜੇ ਤੱਕ ਉਹਦਾ ਕੋਈ ਹੱਲ ਨਿਕਲਿਆ ਨਹੀਂ। ਤੇ ਉਹ ਆਪਣੇ ਤੇਵਰ ਫਿਰ ਉਹਨਾਂ ਨੇ ਤਿੱਖੇ ਕਰ ਲਏ ਆ ਕਿ ਅਸੀਂ ਫਿਰ ਉਸੇ ਤਰੀਕੇ ਨਾਲ ਡਟ ਕੇ ਵਿਰੋਧਤਾ ਕਰਾਂਗੀਆਂ। ਮੇਰਾ ਖਿਆਲ ਹੈ ਕਿ 2-3-4 ਦਰਜਨਾਂ ਰੈਜ਼ਿਗਨੇਸ਼ਨ ਜਾਂ ਉਸ ਕਿਸਮ ਦਾ ਉਹ ਉੱਥੇ ਫਸਾਦ ਸਾਰਾ ਪੈ ਰਿਹਾ ਕਿ ਉਹ ਹੋ ਸਕਦਾ ਕਿ ਜਿਵੇਂ ਪਹਿਲਾਂ ਹੀ ਕਾਫੀ ਸੰਕਟ ਸੀਗਾ, ਉਹ ਹੁਣ ਨਵਾਂ ਸੰਕਟ ਵੀ ਬੀਬੀ ਜਗੀਰ ਕੌਰ ਤੋਂ ਬਾਅਦ ਇੱਕ ਨਵਾਂ ਹੋਰ ਵੱਡਾ ਖੇਮਾ ਬਣ ਸਕਦਾ ਔਰਤਾਂ ਦਾ, ਜਿਹੜਾ ਫਾਇਦੇ ਦੀ ਜਗ੍ਹਾ ਅਕਾਲੀ ਦਲ ਨੂੰ ਘੱਟੋ ਘੱਟ ਜਿਹੜੇ ਪੁਰਾਣੇ ਉਹਨਾਂ ਦੇ ਲੀਡਰ ਸੀ ਉਹਨਾਂ ਤੋਂ ਵੀ ਹੱਥ ਧੋਣੇ ਪੈ ਸਕਦੇ ਆ। ਉਹਦਾ ਨੁਕਸਾਨ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ। ਪ੍ਰੋਫੈਸਰ ਸਾਹਿਬ, ਕੱਲ ਟੀਚਰਸ ਡੇ ਜਿਹੜਾ ਲੰਘ ਕੇ ਹਟਿਆ, ਉਸੇ ਦਿਨ ਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਕਈ ਟੀਚਰਾਂ ਨੂੰ ਤਾਂ ਸਨਮਾਨਿਤ ਕੀਤਾ ਕਿ ਦੂਜੇ ਪਾਸੇ ਕਈ ਟੀਚਰਾਂ ਦੇ ਉੱਤੇ ਡਾਂਗਾ ਵੀ ਭਰਾਈਆਂ ਗਈਆਂ ਨੇ, ਤੇ ਅਖਬਾਰਾਂ 'ਚ ਇਹ ਲਿਖਿਆ ਕਿ ਦੋਨਾਂ ਜਣਿਆਂ ਨੂੰ ਤੋਹਫਾ ਦਿੱਤਾ ਗਿਆ। ਪ੍ਰੋਫੈਸਰ ਸਾਹਿਬ ਕੀ ਸੀ ਉਹ? ਨਹੀਂ ਦੇਖੋ, ਹੈ ਤੇ ਹੈ ਕਿ ਮੋਗੇ ਦੇ ਵਿੱਚ ਇੱਕ ਵੱਡਾ ਫੰਕਸ਼ਨ, ਸਰਕਾਰੀ ਫੰਕਸ਼ਨ ਹੋਇਆ, ਉਹ ਪਹਿਲਾਂ ਵੀ ਹੁੰਦਾ ਆ। ਟੀਚਰਾਂ ਨੂੰ ਆਨਰ ਕੀਤਾ ਜਾਂਦਾ, ਕਰਨਾ ਵੀ ਚਾਹੀਦਾ। ਜਿਹੜਾ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਸ਼ਾਇਦ ਉਹਨਾਂ ਨੂੰ 1 ਸਾਲ ਦਾ ਸਰਵਿਸ ਦਾ ਬੈਨੀਫਿਟ ਵੀ ਦਿੰਦੇ, ਕੋਈ ਮੈਂ ਇਹੋ ਜਿਹੀ ਚਰਚਾ ਵੀ ਸੁਣ ਰਿਹਾ ਸੀਗਾ। 3 ਟੀਚਰਾਂ ਨੂੰ ਰਾਸ਼ਟਰਪਤੀ ਵੱਲੋਂ, ਕਿਉਂਕਿ ਰਾਸ਼ਟਰਪਤੀ ਨੇ ਦੇਸ਼ ਦੇ ਵਿੱਚੋਂ 75 ਟੀਚਰਾਂ ਨੂੰ ਆਨਰ ਕੀਤਾ, ਜਿਹਦੇ 'ਚੋਂ 3 ਪੰਜਾਬ ਦੇ ਟੀਚਰ ਵੀ ਗਏ ਆ। ਇਹ ਵੀ ਇੱਕ ਉਹਨਾਂ ਟੀਚਰਾਂ ਲਈ ਵਧਾਈ ਵਾਲੀ ਗੱਲ ਆ, ਸਾਡੀ ਵੱਲੋਂ ਵੀ ਉਹਨਾਂ ਨੂੰ ਵਧਾਈ। ਪਰ ਦੂਜੇ ਪਾਸੇ ਜਿਹੜੇ ਕੱਚੇ ਟੀਚਰ ਆ ਉਹ ਮੁਜ਼ਾਹਰੇ ਕਰ ਰਹੇ ਆ, ਉਹਨਾਂ ਦਾ ਡਾਂਗ ਸੋਟਾ ਸੰਗਰੂਰ ਦੇ ਵਿੱਚ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਆ। ਇੱਧਰ ਲਾਈਨਮੈਨਾਂ ਦਾ ਪਟਿਆਲੇ ਦੇ ਵਿੱਚ ਡਾਂਗ ਸੋਟਾ ਉਸੇ ਵੇਲੇ ਚੱਲ ਰਿਹਾ ਸੀਗਾ। ਪਟਿਆਲੇ ਦੀ ਕੋਰਟ ਵਿੱਚ ਹੀ 9 ਉਹ ਟੀਚਰ ਜਿਹੜੇ DTF ਡੈਮੋਕ੍ਰੈਟਿਕ ਟੀਚਰ ਫਰੰਟ ਦੇ ਟੀਚਰ ਆ, ਵਿੱਚ ਉਹਨਾਂ ਦਾ ਪ੍ਰਧਾਨ ਤੇ ਹੋਰ ਉਹਨਾਂ ਨੂੰ 2019 ਦੇ ਕੇਸ ਚੱਲੇ ਆਉਂਦੇ ਆ। ਉਹ ਵੀ ਜਿੱਥੇ ਇੱਕ ਪਾਸੇ ਟੀਚਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ, ਉਹ ਪੁਰਾਣੇ ਐਜੀਟੇਸ਼ਨ ਦੇ ਕੇਸ ਬਣਿਆਂ ਦੇ ਵਿੱਚ 7 ਜਿਹੜੇ ਲੀਡਰ ਸਾਹਿਬਾਨ ਆ ਉਹ ਕੋਰਟ ਵਿੱਚ ਆਪਣੀ ਪੇਸ਼ੀ ਪਾ ਰਹੇ ਸੀ। ਚਾਹੀਦਾ ਤੇ ਇਹ ਸੀਗਾ ਕਿ ਇਹੋ ਜਿਹੇ
ਜਦੋਂ ਮਾਹੌਲ ਹੋਵੇ ਜਿਹੜਾ ਇੰਨਾ ਪੁਰਾਣਾ ਕੇਸ ਕਾਂਗਰਸ ਨੇ ਕਿਸੇ ਵੇਲੇ ਬਣਾਇਆ ਹੋਇਆ ਉਹਨੂੰ ਰਫਾ ਦਫਾ ਕਰਵਾ ਦੇਣਾ ਚਾਹੀਦਾ ਸੀਗਾ, ਤਾਂ ਕਿ ਇੱਕ ਟੀਚਰ ਡੇ ਹੋਰ ਵੀ ਸੁਹਾਣਾ ਤੇ ਇੱਕ ਚੰਗਾ ਪ੍ਰੋ ਟੀਚਰ ਡੇ ਲੱਗਦਾ, ਟੀਚਰਾਂ ਨੂੰ ਸੱਚੀ ਮੁੱਚੀ ਸਨਮਾਨ ਮਿਲਦਾ। ਪਰ ਜੇ ਟੀਚਰਾਂ ਦੇ ਇੱਕ ਪਾਸੇ ਡਾਂਗਾਂ ਵਰਸ ਰਹੀਆਂ ਹੋਣਗੀਆਂ, ਦੂਜੇ ਪਾਸੇ ਸਨਮਾਨਿਤ ਕੀਤਾ ਜਾ ਰਿਹਾ ਹੋਊਗਾ, ਤੇ ਲੋਕੀ ਫਿਰ ਮਨਸ਼ਾ ਤੇ ਸ਼ੰਕਾ ਤੇ ਗੁਰਦੀਪ ਕਰਦੇ ਹੀ ਆ। ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਇਹ ਸੀ ਅੱਜ ਦੇ ਮੁੱਦੇ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਨਵੇਂ ਮਸਲੇ ਲੈ ਕੇ ਆਵਾਂਗੇ। ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਬਹੁਤ ਬਹੁਤ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।